ਹੁਣ ਸੁਣੋ ਗੱਲ ਤੇ ਗੱਲ ਐਕਸਕਲੂਸਿਵਲੀ ਔਨ ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਤੁਹਾਨੂੰ ਹੁਣ ਤੱਕ ਕਿਹੜਾ ਵਿਆਹ ਯਾਦ ਆ ਜਿਹੜਾ ਤੁਹਾਨੂੰ ਦੇਖਿਆ ਹੋਊਗਾ ਤੇ ਸਭ ਤੋਂ ਵਧੀਆ ਲੱਗਿਆ? ਕੋਈ ਵਿਆਹ ਮੈਨੂੰ ਇਦਾਂ ਦਾ ਨਹੀਂ ਲੱਗਿਆ ਹੈਗਾ ਆਪਦੇ ਵਿਆਹ ਤੋਂ ਇਲਾਵਾ ਵੀ ਕੋਈ ਵਿਆਹ ਬਹੁਤ ਵਧੀਆ ਸੀਗਾ ਤੇ ਇਹ ਯਾਦ ਰੱਖਣ ਵਿਆਹ ਲਾਈਕ ਵਿਆਹ ਸੀਗਾ। ਨਿਆਣੇ ਨੂੰ ਜੇ ਪੁੱਛੋਗੇ ਨਾ ਵੀ ਅਸਲ ਵਿਆਹ ਕੀ ਹੁੰਦਾ, ਉਹ ਤੁਹਾਨੂੰ ਇਹੀ ਦੱਸੂਗਾ ਵੀ ਆਪਾਂ ਤਿਆਰ ਹੋ ਕੇ ਪੈਲੇਸ 'ਚ ਜਾਂਦੇ ਆ, ਉੱਥੇ ਮੁੰਡਾ ਕੁੜੀ ਆਉਂਦੇ ਨੇ, ਫਿਰ ਉਹ ਡੀਜੇ ਚੱਲ ਪੈਂਦਾ, ਫਿਰ ਉਹ ਕੇਕ ਕੱਟਦੇ ਨੇ, ਫਿਰ ਸਾਰੇ ਕਲੈਪਿੰਗ ਕਰ ਲੈਂਦੇ ਨੇ। ਸਹੀ ਗੱਲ। ਨਿਆਣੇ ਨੂੰ ਨਾ ਇਹ ਨਾ ਲੱਗਣ ਲੱਗੇ ਜਿਵੇਂ ਵੀ ਕੇਕ ਕੱਟ ਕੇ ਵਿਆਹ ਉਹਨਾਂ ਦਾ ਆਨੰਦ ਕਾਰਜ ਉਹਨਾਂ ਨੂੰ ਜ਼ਰੂਰੀ ਹੋਈ ਨਾ ਲੱਗਣ। ਸਾਡੇ ਗੁਆਂਢ ਨਾ ਥੋੜੇ ਦਿਨ ਪਹਿਲਾਂ ਵਿਆਹ ਹੋਇਆ ਹੈ ਨਾ, ਉਹਨਾਂ ਦੀ ਦੋਨੇ ਵਾਰੀ ਜਾਗੋ ਸਾਡੇ ਘਰ ਆਈ ਤੇ ਉਹ ਸਾਡੇ ਇੱਕ ਆਂਟੀ ਪਿੱਛੇ ਰਹਿੰਦੇ ਨੇ, ਘਰ ਦੇ ਬੜੇ ਬਜ਼ੁਰਗ ਨੇ ਉਹ, ਤੇ ਮੈਂ ਉਹਨਾਂ ਨੂੰ ਪੁੱਛਣ ਲੱਗ ਗਈ ਵੀ ਆਂਟੀ ਸਾਡੇ ਮੰਮੀ ਹੁਣੀ ਤਾਂ ਇੱਥੇ ਰਹਿੰਦੇ ਨਹੀਂ ਹੈ ਨਾ, ਵੀ ਆਪਾਂ ਉਹਨਾਂ ਨੂੰ ਪੈਸੇ ਦੇਣੇ ਹੁੰਦੇ ਆ ਤੇ ਜਾਗੋ 'ਚ ਤੇਲ ਵੀ ਪਾਉਣਾ ਹੁੰਦਾ ਨਾ। ਉਹ ਕਹਿੰਦੇ ਵੀ ਹੁਣ ਤੂੰ ਕਾਹਦੇ 'ਚ ਤੇਲ ਪਾਉਣਾ? ਕਹਿੰਦੇ ਉਹ ਜਿਵੇਂ ਪੁਰਾਣੇ ਬਜ਼ੁਰਗ ਕਹਿੰਦੇ ਹੁਣ ਤਾਂ ਬਿਜਲੀਆਂ ਵਾਲੀ ਤਾਂ ਜਾਗੋ ਹੈ ਨਾ। ਵਿਆਹ ਜਦੋਂ ਮਤਲਬ ਹੋ ਕੇ ਹਟਦਾ ਸੀ ਕਿਸੇ ਨੂੰ ਆਏ ਨਹੀਂ ਸੀ ਹੁੰਦਾ ਵੀ ਚੱਲ ਨਿਬੜ ਗਿਆ ਕੰਮ, ਹਨਾ, ਆਰਾਮ ਆ ਗਿਆ। ਸਾਰਿਆਂ ਨੂੰ ਨਾ ਇਹ ਹੁੰਦਾ ਸੀ ਯਾਰ ਹਾਏ ਲੰਘ ਵੀ ਗਿਆ। ਅਸੀਂ ਨਾ ਮਿਹਨਤਾਂ ਕਰੀ ਜਾਇਆ ਕਰਨੀਆਂ ਨਾ ਸਾਰਿਆਂ ਦੀਆਂ, ਜਾਂ ਮੇਰੇ ਨਾਨਕੇ ਵਾਲੇ ਉਹ ਨਿਆਣਿਆਂ ਨੇ, ਹਨਾ, ਵੀ ਤੁਸੀਂ ਨਾ ਜਾਇਓ ਹਲੇ। ਸੱਚੀ ਆਪਾਂ ਰਾਤਾਂ ਨੂੰ ਬੈਠਦੇ ਹੁੰਦੇ ਸੀ ਔਰ ਲਿਖ ਕੇ ਇੱਕ ਪਰਚੀ ਤੇ ਲਿਖਿਆ ਹੁੰਦਾ ਸੀ ਕਿਹੜੇ ਰਿਸ਼ਤੇਦਾਰ ਨੂੰ ਕਿੰਨੀ ਭਾਜੀ ਜਾਊਗੀ, ਹਨਾ, ਤੇ ਉਹ ਫਿਰ ਤੱਕੜੀਆਂ ਨਾਲ ਤੋਲ ਕੇ ਪਾਉਣੀਆਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਵੀ ਏਦਾਂ ਵੀ ਤੁਸੀਂ ਦੋਵੇਂ ਪਾਰਟਨਰ ਇੱਕ ਮਤਲਬ ਪੱਲਾ ਫੜ ਕੇ ਵੀ ਐਵੇਂ ਤੁਸੀਂ ਮਤਲਬ 4 ਲਾਵਾਂ ਲੈਣੀਆਂ ਨੇ। ਉਹ ਕਹਿੰਦੇ ਵੀ ਟਰਾਈ ਰਾਊਂਡ ਹੋਊਗਾ ਇੱਕ ਪਹਿਲਾਂ। ਸਾਨੂੰ ਵੀ ਐਂ ਲੱਗਣ ਲੱਗ ਗਿਆ, ਸਾਨੂੰ ਐਂ ਲੱਗਦਾ ਹੁੰਦਾ ਵੀ ਅਸੀਂ ਲੇਡੀ ਸੰਗੀਤ ਤੇ ਉਹਨਾਂ ਨੇ ਸਾਨੂੰ ਸੱਦਿਆ ਸੀ, ਅੱਧਾ ਘੰਟਾ ਉਹਨਾਂ ਦੇ ਘਰੇ ਜਾਣਾ ਤੇ ਉੱਥੇ ਅਸੀਂ ਏਦਾਂ ਕਰਕੇ ਬੈਠਣਾ, ਫਿਰ ਜਦੋਂ ਰੋਟੀ ਲੱਗੂਗੀ ਖਾ ਕੇ ਅਸੀਂ ਆ ਜਾਣਾ। ਰੀਸੈਂਟ ਅਸੀਂ ਇੱਕ ਵਿਆਹ ਤੇ ਗਏ ਤਾਂ ਉੱਥੇ ਤੁਹਾਨੂੰ ਪਤਾ ਸਾਰੇ ਪੂਰਾ ਤਿਆਰ ਹੋਏ ਹੋਏ ਸੀ, ਸਭ ਨੇ ਬਹੁਤ ਸੋਹਣੇ ਕੱਪੜੇ ਪਾਏ ਹੋਏ ਸੀ, ਪੂਰਾ ਐਨ ਵਧੀਆ ਤਿਆਰ ਹੋਏ ਹੋਏ ਸੀਗੇ। ਉੱਥੇ ਤਾਂ 10 ਕੁ ਮਿੰਟ ਦੇ ਲਈ ਉਹਨਾਂ ਨੇ ਡੀਜੇ ਬੰਦ ਕਰਤੇ ਤੇ 10 ਮਿੰਟ ਬੁੜੀਆਂ ਤੋਂ ਗਿੱਧਾ ਨਹੀਂ ਪਿਆ। ਰਿਸ਼ਤੇਦਾਰ ਕਿੰਨੇ ਦਿਨ ਪਹਿਲਾਂ ਆਉਂਦੇ ਹੁੰਦੇ ਸੀ, ਹੁਣ ਕਿਉਂ ਨਹੀਂ ਆਉਂਦੇ? ਹੁਣ ਤੁਹਾਡੀਆਂ ਸਕੀਆਂ ਮਾਸੀਆਂ, ਤੁਹਾਡੇ ਸਕੇ ਨਾਨਕੇ, ਉਹ ਵੀ ਪੈਲਸਾਂ 'ਚ ਮਿਲਦੇ ਹੁੰਦੇ ਆ ਤੁਹਾਨੂੰ ਆ ਕੇ। ਉਹ ਕਹਿਣਗੇ ਜੀ ਪੈਸੇ ਤਾਂ ਅਸੀਂ ਪਹਿਲਾਂ ਹੀ ਭੇਜਤੇ ਸੀ ਨਾਨਕ ਸ਼ੱਕ ਦੇ, ਫਿਰ ਅਸੀਂ ਤਾਂ ਹੁਣ ਸਰਦਾ ਨਹੀਂ, ਦਿਨ ਦੀ ਦਿਨ ਆਵਾਂਗੇ। ਵੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਪ੍ਰੋਗਰਾਮ ਗੱਲ ਤੇ ਗੱਲ ਦਾ ਨਵਾਂ ਐਪੀਸੋਡ ਲੈ ਕੇ ਇੱਕ ਵਾਰ ਫਿਰ ਤੋਂ ਅਸੀਂ ਹਾਜ਼ਰ ਹਾਂ। ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਭੈਣ ਰੁਪਿੰਦਰ ਸੰਧੂ ਹੋਣਗੇ। ਅੱਜ ਕੱਲ੍ਹ ਵਿਆਹਾਂ ਦਾ ਦੌਰ ਚੱਲ ਰਿਹਾ, ਜਾਂ ਫਿਰ ਆਹ ਜਿਹੜੇ ਮਹੀਨੇ ਹੁੰਦੇ ਨੇ ਲੋਹੜੀਆਂ ਵੀ ਮਨਾਈਆਂ ਜਾਂਦੀਆਂ ਨੇ, ਅਤੇ ਅੱਜ ਨਾ ਇਸ ਵਾਲੇ ਐਪੀਸੋਡ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਵਿਆਹਾਂ ਦਾ ਜੋ ਮਾਹੌਲ ਆ ਇਸ ਵੇਲੇ, ਹੈ ਨਾ, ਕਿਸੇ ਨੇ ਵੱਧ ਪੈਸੇ ਲਾਉਣੇ ਨੇ, ਘੱਟ ਪੈਸੇ ਲਾਉਣੇ ਨੇ, ਇਹ ਤੁਹਾਡੀ ਨਿੱਜੀ ਫੈਸਲਾ ਤੁਹਾਡਾ ਹੋ ਸਕਦਾ ਆ। ਪਰ ਕੁਛ ਚੀਜ਼ਾਂ ਜਿਹੜੀਆਂ ਅਸੀਂ ਵਿਆਹਾਂ ਦੇ ਵਿੱਚ ਹਰ ਬੰਦਾ ਪਰਫੋਰਮ ਕਰਦਾ ਹੁੰਦਾ, ਜਿਵੇਂ ਕਿ ਜਾਗੋ ਪਹਿਲਾਂ ਤਿਆਰ ਕਰਨੀ, ਫਿਰ ਜਾਗੋ ਕੱਢਣੀ, ਹੈ ਨਾ, ਫਿਰ ਉਸ ਤੋਂ ਬਾਅਦ ਗਿੱਧਾ ਪਾਉਣਾ, ਨਾਨਕੇ ਮੇਲ ਦਾ ਆਉਣਾ, ਸਿੱਠਣੀਆਂ ਦੇਣੀਆਂ ਇੱਕ ਦੂਜੇ ਨੂੰ, ਘੋੜੀਆਂ, ਸੁਹਾਗ ਗਾਉਣੇ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਪੰਜਾਬ 'ਚ ਰਹਿੰਦਿਆਂ ਹੋਇਆਂ, ਪੰਜਾਬ ਦੇ ਪਿੰਡਾਂ 'ਚ ਰਹਿੰਦਿਆਂ ਹੋਇਆਂ ਅਸੀਂ ਵਿਆਹਾਂ 'ਚ ਅੱਜ ਕੱਲ੍ਹ ਨਹੀਂ ਕਰਦੇ, ਕਿਉਂਕਿ ਰੀਸੈਂਟ ਅਸੀਂ ਕੁਛ ਵਿਆਹ ਇੱਦਾਂ ਦੇ ਦੇਖੇ ਜਿੱਥੇ ਬਸ ਅਸੀਂ ਪੂਰਾ ਜਿਹੜਾ ਜ਼ੋਰ ਲਾ ਦਿੰਦੇ ਹਾਂ ਕਿ ਤਿਆਰ ਹੋ ਕੇ ਜਾਣ 'ਤੇ, ਕੱਪੜਿਆਂ 'ਤੇ ਲਾ ਦਿੰਦੇ ਹਾਂ, ਅਤੇ ਉੱਥੇ ਫਿਰ ਅਸੀਂ ਕੱਛਾਂ ਜੱਤ ਦੇ ਕੇ ਮੁੜੇ ਆਉਂਦੇ ਹਾਂ ਨਾ। ਸਾਨੂੰ ਲੱਗਦਾ ਕਿ ਜ਼ਿਆਦਾ ਖਾਣਾ ਨਹੀਂ ਗਾ, ਕੋਈ ਸਾਨੂੰ ਕੀ ਕਹੂਗਾ। ਅਤੇ ਜਾਗੋਆਂ ਅੱਜ ਕੱਲ੍ਹ ਹੋ ਗਈਆਂ ਲਾਈਟਾਂ ਵਾਲੀਆਂ ਹੋ ਗਈਆਂ, ਹੈ ਨਾ, ਅਤੇ ਨਿਆਣਿਆਂ ਨੂੰ ਨਹੀਂ ਪਤਾ ਕਿ ਆਨੰਦ ਕਾਰਜ ਕਿਹਨੂੰ ਕਹਿੰਦੇ ਨੇ, ਕਿਉਂਕਿ ਵਿਆਹ ਸਾਨੂੰ ਸਿਰਫ ਉਹ 3-4 ਘੰਟੇ ਜਿਹੜੇ ਮੈਰਿਜ ਪੈਲੇਸ ਵਾਲੇ ਹੁੰਦੇ ਨੇ ਉਹੀ ਵਿਆਹ ਲੱਗਦੇ ਨੇ। ਅਤੇ ਬਹੁਤ ਸਾਰੇ ਜਦੋਂ ਅਸੀਂ ਆਪਦੇ ਬੱਚਿਆਂ ਨਾਲ ਗੱਲ ਕਰਦੇ ਹਾਂ, ਹੈ ਨਾ, ਜਾਂ ਆਪਣੇ ਤੋਂ ਛੋਟੇ ਨਿਆਣਿਆਂ ਨਾਲ ਤੁਸੀਂ ਗੱਲ ਕਰਦੇ ਹੋ, ਤਾਂ ਉਹਨਾਂ ਨੂੰ ਸੱਚੀ ਨਹੀਂ ਪਤਾ ਹੁੰਦਾ ਕਿ ਆਨੰਦ ਕਾਰਜ ਇੱਕ ਜ਼ਰੂਰੀ ਰਸਮ ਹੁੰਦੀ ਆ ਵਿਆਹ ਦੀ, ਅਤੇ ਉਹ ਕਿਵੇਂ ਹੁੰਦੇ ਨੇ ਅਤੇ ਕੌਣ ਕਰਾਉਂਦਾ ਆ, ਹੈ ਨਾ। ਸੋ ਅੱਜ ਆਪਾਂ ਇਹਨਾਂ ਸਾਰੀਆਂ ਗੱਲਾਂ ਬਾਤਾਂ 'ਤੇ ਹੀ ਵਿਚਾਰ ਕਰਾਂਗੇ ਪ੍ਰੋਗਰਾਮ ਗੱਲ ਤੇ ਗੱਲ 'ਚ। ਰੁਪਿੰਦਰ ਭੈਣ ਹੋਰਾਂ ਨੂੰ ਅਸੀਂ ਜੀ ਆਏ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਗੁਰਦੀਪ, ਕੀ ਹਾਲ ਆ? ਬਹੁਤ ਵਧੀਆ, ਠੀਕ ਠਾਕ। ਕਿਵੇਂ ਹੋ ਤੁਸੀਂ? ਵਧੀਆ, ਠੀਕ ਠਾਕ। ਫਿਰ ਦੇਖ ਰਹੇ ਹੋ ਤੁਸੀਂ ਐਕਟਿਵ ਵਿਆਹ ਸਿਆਲਾਂ 'ਚ? ਸਾਨੂੰ ਤਾਂ ਵੈਸੇ ਉੱਦਾਂ ਘੱਟ ਨੇ ਐਕਟਿਵ ਵਿਆਹ। ਮੈਨੂੰ ਵਿਆਹ ਜਾਣਾ ਬਹੁਤਾ ਜ਼ਿਆਦਾ ਪਸੰਦ ਨਹੀਂ, ਪਰ ਮੈਂ ਅੱਜ ਤੁਸੀਂ ਹਮੇਸ਼ਾ ਮੈਨੂੰ ਕਈ ਵਾਰ ਸਵਾਲ ਪੁੱਛਦੇ ਹੋ, ਮੈਂ ਤੁਹਾਨੂੰ ਇੱਕ ਸਵਾਲ ਪੁੱਛਦੀ ਹਾਂ ਵੀ ਤੁਹਾਨੂੰ ਹੁਣ ਤੱਕ ਕਿਹੜਾ ਵਿਆਹ ਯਾਦ ਆ ਜਿਹੜਾ ਤੁਹਾਨੂੰ ਦੇਖਿਆ ਹੋਊਗਾ ਤੇ ਸਭ ਤੋਂ ਵਧੀਆ ਲੱਗਿਆ? ਮੈਨੂੰ ਨਾ ਜਿਹੜੇ ਅਸੀਂ ਬਹੁਤ ਛੋਟੇ ਹੁੰਦੇ ਸੀ, ਕਿਉਂਕਿ ਸਾਡੇ ਮਾਸੀ ਜੀ ਮੰਮੀ ਉਹਨਾਂ ਤੋਂ ਸਭ ਤੋਂ ਵੱਡੇ ਨੇਗੇ,
ਤੇ ਜਦੋਂ ਵੀਰੇ ਤੇ ਭੈਣ ਉਹਨਾਂ ਦਾ ਵਿਆਹ ਹੋਇਆ ਸੀਗਾ, ਅਸੀਂ ਸਾਰੇ ਹੀ ਉਦੋਂ ਮੈਨੂੰ ਲੱਗਦਾ 4-4 5-5 ਸਾਲਾਂ ਦੇ ਸੀਗੇ। ਮੈਨੂੰ ਉਹਨਾਂ ਦੇ ਵਿਆਹ ਯਾਦ ਨੇ ਹਨਾ, ਕਿਉਂਕਿ ਮੈਂ ਪਹਿਲਾਂ ਵੀ ਬਹੁਤ ਵਾਰੀ ਜਿਹੜਾ ਆਪਾਂ ਨਾਨਕ ਸ਼ੱਕ ਦਾ ਐਪੀਸੋਡ ਕੀਤਾ ਸੀ, ਮੈਂ ਉਹ 'ਚ ਵੀ ਦੱਸਿਆ ਸੀਗਾ ਵੀ ਉਹਨਾਂ ਦੀ ਉਹਨਾਂ ਦਾ ਜਿਹੜਾ ਨਾਨਕਾ ਮੇਲ ਸੀਗਾ ਹਨਾ, ਚਲੋ ਅਸੀਂ ਤਾਂ ਅਲੱਗ ਗਏ ਸੀਗੇ ਤੇ ਅਲੱਗ ਗਏ ਸੀ, ਇਕੱਠੇ ਗਏ ਸੀਗੇ, ਪਰ ਉਹ ਗਏ ਸੀਗੇ ਟਰੈਕਟਰ ਟਰਾਲੀ 'ਚ ਹਨਾ। ਉਹ ਇਸ ਕਰਕੇ ਯਾਦ ਆ ਕਿਉਂਕਿ ਸਾਨੂੰ ਪਤਾ ਵਾ ਵੀ ਉੱਥੇ ਸਾਰੇ ਸੁੱਤੇ ਕਿਵੇਂ ਸੀਗੇ, ਰਾਤ ਨੂੰ ਸਾਰੇ ਨੱਚੇ ਕਿਵੇਂ ਸੀਗੇ, ਤੇ ਆਨੰਦ ਕਾਰਜ ਭੈਣ ਉਹਨਾਂ ਦੇ ਘਰ 'ਚ ਹੀ ਹੋਏ ਸੀਗੇ, ਉਹਨਾਂ ਦੇ ਵਿਆਹ ਘਰਾਂ 'ਚ ਹੋਏ ਹੋਏ ਨੇ ਹਨਾ। ਮੈਨੂੰ ਮੇਰੇ ਮਾਮੇ ਦੀਆਂ ਇੱਕ ਮੇਰੇ ਮਾਮਾ ਜੀ ਜਿਹੜੇ ਸਭ ਤੋਂ ਵੱਡੇ ਨੇ, ਉਹਨਾਂ ਦੋਨਾਂ ਭੈਣਾਂ ਦੇ ਵਿਆਹ ਯਾਦ ਨੇ। ਉਦੋਂ ਵੀ ਅਸੀਂ ਇੰਨੇ ਕੀ ਹੋਵਾਂਗੇ, ਮੈਨੂੰ ਲੱਗਦਾ ਇੱਕ ਭੈਣ ਦੇ ਵਿਆਹ ਨੂੰ ਮੈਂ ਮੈਨੂੰ ਲੱਗਦਾ 10 ਕੁ ਸਾਲ ਦੀ ਸੀਗੀ ਹਨਾ, ਤੇ ਇੱਕ ਭੈਣ ਦੇ ਵਿਆਹ ਨੂੰ ਮੈਨੂੰ ਲੱਗਦਾ ਉਹੀ 5-6 ਸਾਲ ਦੀ ਸੀ, ਪਰ ਮੈਨੂੰ ਦੋਨਾਂ ਦੇ ਵਿਆਹ ਯਾਦ ਨੇ ਹਨਾ। ਉਸ ਤੋਂ ਬਾਅਦ ਮੈਨੂੰ ਯਾਦ ਨੇ ਆਪਦੇ ਮਾਮਿਆਂ ਦੇ ਨਿਆਣਿਆਂ ਦੇ ਵਿਆਹ, ਕਿਉਂਕਿ ਉਦੋਂ ਡੀਜੇ ਦਾ ਦੌਰ ਹਲੇ ਘੱਟ ਹੁੰਦਾ ਸੀਗਾ ਤੇ ਸਾਨੂੰ ਪਤਾ ਹੁੰਦਾ ਸੀਗਾ ਵੀ ਅਸੀਂ ਨੱਚਣਾ, ਤੇ ਉਦੋਂ ਕਿੰਨੇ ਚਿਰ ਪਹਿਲਾਂ ਹੀ ਅਸੀਂ ਬੋਲੀਆਂ ਲਿਖ ਕੇ ਯਾਦ ਕਰਕੇ ਰੱਖੀਆਂ ਹਨਾ। ਤੇ ਉਹਨਾਂ ਦੇ ਵਿਆਹ ਯਾਦ ਨੇ ਬਸ ਮੈਨੂੰ। ਉਦੋਂ ਬਾਅਦ ਵਾਲੇ ਕੋਈ ਵਿਆਹ ਮੈਨੂੰ ਇਦਾਂ ਦਾ ਨਹੀਂ ਲੱਗਿਆ ਹੈਗਾ ਆਪਦੇ ਵਿਆਹ ਤੋਂ ਇਲਾਵਾ ਵੀ ਕੋਈ ਵਿਆਹ ਬਹੁਤ ਵਧੀਆ ਸੀਗਾ ਤੇ ਇਹ ਯਾਦ ਰੱਖਣ ਵਿਆਹ ਲਾਈਕ ਵਿਆਹ ਸੀਗਾ। ਹਾਂ, ਆਪਾਂ ਹੁਣ ਵਿਆਹ ਪਤਾ ਕਿਵੇਂ ਯਾਦ ਰੱਖਦੇ ਆ ਵੀ ਬਹੁਤ ਵੱਡਾ ਵਿਆਹ ਕੀਤਾ ਉਹਨਾਂ ਨੇ, ਉਹਨਾਂ ਦੇ ਪੈਲੇਸ 'ਚ ਕੀਤਾ। ਆਪਾਂ ਨਾ ਪਰਸੋਂ ਚੌਥੇ ਸੁਨਪ੍ਰੀਤ ਕਿਸੇ ਦੇ ਵਿਆਹ ਤੋਂ ਆਏ, ਕਹਿੰਦੇ ਵਿਆਹ ਤਾਂ ਵਧੀਆ ਸੀਗਾ, ਵੈਜ ਸੀਗਾ ਉਹ ਤਾਂ, ਪਰ ਖਾਣ ਨੂੰ ਬੜਾ ਕੁਛ ਸੀਗਾ। ਹੁਣ ਆਪਾਂ ਨੂੰ ਵਿਆਹ ਨਾ ਇਸ ਕਰਕੇ ਨਹੀਂ ਯਾਦ ਰਹਿੰਦਾ ਵੀ ਫਲਾਣੇ ਵਿਆਹ 'ਚ ਬਹੁਤ ਨੱਚੇ ਸੀ, ਫਲਾਣੇ ਵਿਆਹ 'ਚ ਆਹ ਚੀਜ਼ ਹੋਈ ਸੀ, ਕੋਈ ਯਾਦ ਨਹੀਂ ਹੁੰਦੀ ਸਾਡੀ ਵਿਆਹ ਦੀ। ਪਰ ਸਾਨੂੰ ਸਿਰਫ ਖਾਣਾ ਪੀਣਾ ਜਾਂ ਵਿਆਹ ਦੀ ਡੈਕੋਰੇਸ਼ਨ ਕਿੱਦਾਂ ਦੀ ਸੀਗੀ, ਜਾਂ ਕਿੱਡੇ ਵੱਡੇ ਪੈਲੇਸ 'ਚ ਵਿਆਹ ਹੋਇਆ, ਜਾਂ ਉੱਥੇ ਤੁਹਾਨੂੰ ਪਤਾ ਉਹਨਾਂ ਨੇ ਤਾਂ 100 ਰੁਪਈਆ ਵਾਰਿਆ ਨਾ ਨੱਚਦਿਆਂ ਤੇ, ਇਹ ਚੀਜ਼ਾਂ ਸਾਨੂੰ ਯਾਦ ਰਹਿਣ ਲੱਗ ਗਈਆਂ ਹੁਣ। ਬਿਲਕੁਲ। ਤੇ ਮੈਨੂੰ ਸੱਚੀ ਜਿਹੜੇ ਛੋਟੇ ਹੁੰਦੇ ਤੇ ਜਦੋਂ ਆਪਾਂ ਕਹਿੰਦੇ ਕਿ ਸਾਡੀਆਂ ਯਾਦਾਂ ਹੌਲੀ ਹੌਲੀ ਧੁੰਦਲੀਆਂ ਹੋ ਜਾਂਦੀਆਂ ਨੇ ਨਾ, ਪਰ ਫਿਰ ਵੀ ਹਲੇ ਵੀ ਉਹਨਾਂ ਦੇ ਵਿਆਹ ਦਾ ਮੈਨੂੰ ਉਹ ਸਾਰਾ ਕੁਝ ਯਾਦ ਆ ਜਿਹੜਾ ਉਦੋਂ ਬਹੁਤ ਵਧੀਆ ਹੋਇਆ ਸੀਗਾ ਹਨਾ। ਤੇ ਅੱਜ ਕੱਲ੍ਹ ਜਿਹੜੇ ਵਿਆਹ ਨੇ ਉਹ ਜਿਵੇਂ ਤੁਸੀਂ ਕਿਹਾ ਵੀ ਉਹ ਹੁਣ ਤਾਂ ਮਤਲਬ ਐਵੇਂ ਸੋਚ ਪੈ ਜਾਂਦੀ ਹਾਏ ਵਿਆਹ ਜਾਣਾ ਪੈਣਾ ਹਨਾ, ਕਿਉਂਕਿ ਅੱਜ ਕੱਲ੍ਹ ਲੋਕੀ ਵਿਆਹ ਇੰਜੋਏ ਨਹੀਂ ਕਰਦੇ ਹੈਗੇ, ਤੇ ਉਹੀ ਬਸ ਇੱਕ ਆਪਣੀ ਡਿਊਟੀ ਜੀ ਆਪਾਂ ਵਜਾਉਣ ਜਾਂਦੇ ਹੁੰਦੇ ਆ ਕਿ ਅੱਛਾ ਤੁਸੀਂ ਸੱਦਾ ਭੇਜਿਆ ਸੀ ਤੇ ਅਸੀਂ ਆ ਗਏ। ਬਿਲਕੁਲ। ਮੈਨੂੰ ਨਾ ਥੋੜੇ ਦਿਨ ਪਹਿਲਾਂ ਇਹ ਕੁਐਸਚਨ ਨਿਆਣਿਆਂ ਨੇ ਪੁੱਛਿਆ ਸੀਗਾ ਘਰੇ ਵੀ ਤੁਹਾਨੂੰ ਹੁਣ ਤੱਕ ਸਭ ਤੋਂ ਵਧੀਆ ਵਿਆਹ ਕਿਹੜਾ ਦੇਖਿਆ ਆਪਣੀ ਜ਼ਿੰਦਗੀ 'ਚ ਹਨਾ, ਤਾਂ ਮੈਂ ਵੀ ਸੱਚੀ ਮਤਲਬ ਮੇਰਾ ਇਹੀ ਜਵਾਬ ਸੀ। ਮੇਰੇ ਇੱਕ ਮਾਸੀ ਜੀ ਰਹਿੰਦੇ ਆ ਜਗਰਾਓਂ, ਤੇ ਉਹਨਾਂ ਦਾ ਬੜਾ ਵੱਡਾ ਪਰਿਵਾਰ ਆ ਤੇ ਉਹਨਾਂ 'ਚ ਅਸੀਂ ਬਹੁਤ ਵਿਆਹ ਦੇਖੇ ਉਹਨਾਂ ਪਰਿਵਾਰਾਂ 'ਚ ਹਨਾ। ਤੇ ਉਹ 'ਚ ਮੇਰੇ ਜਿਹੜੇ ਮਾਸੀ ਜੀ ਦੀ ਬੇਟੀ ਦਾ ਵਿਆਹ ਸੀ ਉਹ ਬਿਲਕੁਲ ਇੱਦਾਂ ਹੀ ਸੀ। ਘਰ ਉਹਨਾਂ ਦਾ ਘਰ ਬਹੁਤ ਜ਼ਿਆਦਾ ਵੱਡਾ, ਤਾਂ ਉਹਨਾਂ ਨੇ ਘਰੇ ਟੈਂਟ ਲਾ ਕੇ ਮਤਲਬ ਬਹੁਤ ਸੋਹਣਾ ਵਿਆਹ ਸੀ, ਜਿਸ 'ਚ ਅਸੀਂ ਨੇ ਸ਼ੁਰੂ ਤੋਂ ਮਤਲਬ ਮੈਨੂੰ ਲੱਗਦਾ ਅਸੀਂ 10 ਦਿਨ ਪਹਿਲਾਂ ਹੀ ਚਲੇ ਗਏ ਸੀਗੇ ਸਾਰੇ ਹਨਾ। ਤੇ ਹਲਵਾਈ ਲੱਗਣ ਤੋਂ ਜਿਹੜਾ ਆਪਾਂ ਜਿਵੇਂ ਜਦੋਂ ਲਾਵਾਂ ਹੁੰਦੀਆਂ ਨੇ, ਫਿਰ ਉਸ ਤੋਂ ਬਾਅਦ ਵੀ ਦੂਜੇ ਦਿਨ ਤੱਕ ਤੀਜੇ ਦਿਨ ਤੱਕ ਜੋ ਹੁੰਦਾ ਹਨਾ ਸਾਰਾ ਦੇਖਿਆ। ਤੇ ਉਹਨਾਂ ਵਿਆਹਾਂ 'ਚ ਮੈਨੂੰ ਇੱਕ ਵਿਆਹ ਬਿਲਕੁਲ ਉਦੋਂ ਮੈਂ 7-8 ਸਾਲ ਦੀ ਸੀ, ਉਹ ਮੈਨੂੰ ਹੁਣ ਤੱਕ ਯਾਦ ਹੈ ਕਿਉਂਕਿ ਉਹ ਮੈਂ ਪਹਿਲਾ ਵਿਆਹ ਜ਼ਿੰਦਗੀ 'ਚ ਪੈਲੇਸ 'ਚ ਦੇਖਿਆ ਸੀਗਾ ਹਨਾ, ਮੈਰਿਜ ਪੈਲੇਸ 'ਚ। ਉਹ ਮੇਰੇ ਮਾਸੀ ਜੀ ਦੇ ਬੇਟੇ ਦਾ ਸੀਗਾ, ਤੇ ਉਦੋਂ ਚੰਗਾ ਲੱਗਿਆ ਸੀਗਾ ਵੀ ਹਾਂ ਬਾਹਰ ਜਾ ਕੇ ਇੱਦਾਂ ਮਤਲਬ ਉਹ ਇੰਨਾ ਸੋਹਣੀ ਕੇਟਰਿੰਗ ਸੀਗੀ ਉੱਥੇ ਹਨਾ। ਅਸੀਂ ਜ਼ਿੰਦਗੀ 'ਚ ਪੇਸਟਰੀ ਪਹਿਲੀ ਵਾਰ ਖਾਧੀ ਸੀਗੀ ਵੀ ਕਿਉਂਕਿ ਭਾਬੀ ਬਾਹਰੋਂ ਆਏ ਸੀਗੇ ਹਨਾ, ਤੇ ਉਹ ਯਾਦ ਰਹੇ। ਪਰ ਹੁਣ ਤੁਸੀਂ ਦੇਖੋ ਵੀ ਤਕਰੀਬਨ ਮੈਨੂੰ ਲੱਗਦਾ ਵੀ ਪਿਛਲੇ 20 ਸਾਲਾਂ ਤੋਂ 15 ਤੋਂ ਤਾਂ ਚਲੋ ਆਪਾਂ ਕਹਿ ਹੀ ਸਕਦੇ ਹਾਂ ਵੀ ਕੋਈ ਵਿਆਹ ਇਹੋ ਜਿਹੇ ਨਹੀਂ ਜਿਹੜੇ ਤੁਹਾਡੇ ਦਿਮਾਗ 'ਚ ਇੱਕ ਯਾਦ ਬਣ ਕੇ ਰਹਿੰਦੇ ਨੇ ਹਨਾ ਵੀ ਬਿਲਕੁਲ ਵੀ ਉਹ 'ਚ ਮੈਂ ਬਹੁਤ ਇੰਜੋਏ ਕੀਤਾ ਜਾਂ ਉਹ ਬੜਾ ਸੋਹਣਾ ਵਿਆਹ ਸੀਗਾ। ਹੁਣ ਸੱਚੀ ਮੇਰਾ ਵਿਆਹ ਇਸੇ ਲਈ ਜਾਣ ਨੂੰ ਜੀ ਨਹੀਂ ਕਰਦਾ ਭੈਣੇ। ਅੱਗੇ ਨਾ ਜਦੋਂ ਵਿਆਹ ਖਤਮ ਹੁੰਦਾ ਸੀ ਵੀ ਜਿਵੇਂ ਮੰਨ ਲਓ ਵੀ ਵਿਆਹ ਵਾਲਾ ਦਿਨ ਲੰਘ ਗਿਆ, ਤੁਹਾਨੂੰ ਪਤਾ ਦੂਜੇ ਦਿਨ ਕਿਸੇ ਦਾ ਦਿਲ ਹੀ ਨਹੀਂ ਸੀ ਲੱਗਦਾ ਹੁੰਦਾ। ਜਿਵੇਂ ਮੇਰੇ ਨਾਨਕੇ ਮਤਲਬ ਸੁੱਖ ਨਾਲ ਸਾਡਾ ਟੱਬਰ ਕਾਫੀ ਵੱਡਾ ਆ ਹਨਾ, ਉੱਥੇ ਸਾਡੇ ਕਈ ਭੈਣ ਭਰਾਵਾਂ ਦੇ ਅਸੀਂ ਵਿਆਹ ਦੇਖੇ ਨੇ, ਤਾਂ ਵਿਆਹ ਤੋਂ ਦੂਜੇ ਦਿਨ ਕਿਸੇ ਦਾ ਜੀਅ ਹੀ ਨਾ ਲੱਗਿਆ ਕਰਨਾ ਹਨਾ। ਵੀ ਇੱਕ ਤਾਂ ਹੁੰਦਾ ਸੀਗਾ ਵੀ ਇੱਕ ਇੱਕ ਕਰਕੇ ਸਾਰੇ ਰਿਸ਼ਤੇਦਾਰ ਜਾਣ ਲੱਗ ਜਾਂਦੇ ਨੇ ਉਦਣ ਹਨਾ। ਤੇ ਵਿਆਹ ਜਦੋਂ ਮਤਲਬ ਹੋਣਾ ਹੁੰਦਾ ਸੀ ਹਲੇ ਉਦੋਂ ਪਹਿਲਾਂ ਆਪਾਂ ਨੂੰ ਤਿਆਰੀਆਂ ਦਾ ਚਾਅ ਹਨਾ, ਕਿਵੇਂ ਨੱਚਣਾ ਕੀ ਇਹ ਉਹ ਸਾਰਾ ਕਰਕੇ
ਵਿਆਹ ਜਦੋਂ ਮਤਲਬ ਹੋ ਕੇ ਹਟਦਾ ਸੀ ਕਿਸੇ ਨੂੰ ਆਏ ਨਹੀਂ ਸੀ ਹੁੰਦਾ ਵੀ ਚਲ ਨਿਬੜ ਗਿਆ ਕੰਮ ਹਨਾ, ਆਰਾਮ ਆ ਗਿਆ, ਸਾਰਿਆਂ ਨੂੰ ਨਾ ਐ ਹੁੰਦਾ ਸੀ ਯਾਰ ਹਾਏ ਲੰਘ ਵੀ ਗਿਆ। ਹਾਂ ਹੁਣ ਰਿਸ਼ਤੇਦਾਰ ਜਦੋਂ ਖਾਸ ਕਰਕੇ ਜਾਣਾ ਸ਼ੁਰੂ ਹੁੰਦੇ ਸੀ ਨਾ, ਉਦੋਂ ਕਿੰਨਾ ਅਜੀਬ ਅਸੀਂ ਨਾ ਲੱਗਦਾ। ਮਿਹਨਤਾਂ ਕਰੀ ਜਾਇਆ ਕਰਨੀਆਂ ਨਾ ਸਾਰਿਆਂ ਦੀਆਂ, ਜਾਂ ਮੇਰੇ ਨਾਨਕੇ ਵਾਲੇ ਉਹ ਨਿਆਣਿਆਂ ਨੇ ਹਨਾ ਵੀ ਤੁਸੀਂ ਨਾ ਜਾਇਓ ਹਲੇ, ਹਾਂ ਵੀ ਇੱਕ ਦਿਨ ਵੀ ਤੁਸੀਂ ਹਲੇ ਰਹਿ ਕੇ ਜਾਇਓ ਹਨਾ 2 ਦਿਨ, ਤੁਸੀਂ ਹਲੇ ਨਹੀਂ ਜਾਣਾ 2 ਜਾਂ ਅਸੀਂ ਹੋਰ ਆਪਣੇ ਤੋਂ ਵੱਡੇ ਜਿਹੜੇ ਸਾਡੇ ਭੈਣ ਭਰਾ ਵਿਆਹੇ ਹੋਏ ਨੇ ਹਨਾ, ਉਹਨਾਂ ਨੂੰ ਕਹੀ ਜਾਣਾ ਹਾਏ ਭੈਣੇ ਰਹਿ ਪੂ ਹਲੇ 2 ਦਿਨ ਹੋਰ ਰਹਿ ਪੂ, ਹਲੇ 1 ਦਿਨ ਹੋਰ ਰਹਿ ਪੂ, ਇਕੱਠੇ ਨਾ ਜਾਓ ਸਾਰੇ ਹਨਾ। ਕਿਉਂਕਿ ਉਦੋਂ ਲੱਗਦਾ ਹੁੰਦਾ ਸੀਗਾ ਅਸਲ ਦੇ ਵਿੱਚ ਵੀ ਬਾਹਲੀ ਪੁਰਾਣੀ ਗੱਲ ਵੀ ਨਹੀਂ, ਅੱਜ ਤੋਂ 8-9 ਸਾਲ ਪਹਿਲਾਂ ਦੀ ਉਹ ਗੱਲ ਆ, 10 ਸਾਲ ਪਹਿਲਾਂ ਦੀ ਲਾ ਲਓ ਹਨਾ, ਵੀ 10 ਸਾਲਾਂ 'ਚ ਬਹੁਤ ਫਰਕ ਪੈ ਗਿਆ ਹਨਾ। ਉਦੋਂ ਚਾਅ ਹੁੰਦਾ ਸੀ ਵੀ ਵਿਆਹ ਤੇ। ਇੱਕ ਵਾਰੀ ਨਾ ਸਾਡੇ ਨਾਨਕੇ ਵੀਰੇ ਦਾ ਵਿਆਹ ਸੀਗਾ ਤੇ ਅਸੀਂ ਆਪਣੀ ਮਾਸੀ ਦੀ ਕੁੜੀ ਨੂੰ ਦੱਸਿਆ ਵੀ ਭੈਣੇ ਵਿਆਹ ਹਨਾ, ਕਹਿੰਦੀ ਅੱਛਾ ਇੱਕ ਤਾਂ ਫਿਰ ਮਾਮਿਆਂ ਦੇ ਵਿਹੜਿਆਂ 'ਚ ਰੌਣਕਾਂ ਲੱਗਣਗੀਆਂ ਹਨਾ। ਸਾਰਿਆਂ ਨੂੰ ਚਾਅ ਹੁੰਦਾ ਸੀਗਾ ਵੀ ਚਲੋ ਇਸ ਬਹਾਨੇ ਆਪਾਂ ਇਕੱਠੇ ਹੋਵਾਂਗੇ, ਮਿਲਾਂਗੇ ਹਨਾ, ਜਾਂ ਨੱਚਾਂਗੇ, ਜਾਂ ਉੱਦਾਂ ਹੋਰ ਬਹੁਤ ਸਾਰੀਆਂ ਸ਼ਰਾਰਤਾਂ ਹਨਾ। ਸਾਨੂੰ ਤਾਂ ਇਹ ਵੀ ਬਹੁਤ ਚਾਅ ਹੁੰਦਾ ਸੀ ਜਿਹੜੀਆਂ ਭਾਜੀਆਂ ਨਹੀਂ ਪਾ ਕੇ ਰੱਖ ਦਿੰਦੇ, ਉਹਦੇ ਤੇ ਅਸੀਂ ਪਹਿਲਾਂ ਹੀ ਕਹਿ ਦੇਣਾ ਮਾਮੀ ਉਹਨਾਂ ਨੂੰ ਵੀ ਅਸੀਂ ਪਾਵਾਂਗੇ, ਕਿਉਂਕਿ ਸਾਨੂੰ ਪਤਾ ਹੁੰਦਾ ਸੀਗਾ ਵੀ ਰਾਤ ਨੂੰ ਨਾਲੇ ਤਾਂ ਭਾਜੀਆਂ ਪਾਵਾਂਗੇ ਨਾਲੇ ਗੱਲਾਂ ਕਰਕੇ ਆਪਾਂ ਹੱਸਾਂਗੇ ਹਨਾ। ਉਦੋਂ ਚਾਅ ਬਹੁਤ ਹੁੰਦਾ ਸੀਗਾ ਵਿਆਹਾਂ ਦਾ। ਵਿਆਹ ਜਦੋਂ ਹੋ ਕੇ ਹਟਣਾ ਉਦੋਂ ਦਿਲ ਨਹੀਂ ਸੀ ਲੱਗਦਾ ਹੁੰਦਾ। ਹੁਣ ਤੇ ਇਹ ਹੁੰਦਾ ਵੀ ਚਲ ਸ਼ੁਕਰ ਆ ਨਿਬੜਿਆ। ਸਹੀ ਗੱਲ ਆ। ਦੇਖੋ ਗੁਰਦੀਪ, ਅੱਗੇ ਨਾ ਆਪਾਂ ਕਿਸੇ ਦੇ ਵੀ ਵਿਆਹ ਹੁੰਦਾ ਸੀ ਖਾਸ ਕਰਕੇ ਰਿਸ਼ਤੇਦਾਰੀ ਹਨਾ, ਮੈਨੂੰ ਲੱਗਦਾ ਵੀ ਆਪਾਂ ਇਨਡਾਇਰੈਕਟਲੀ ਉਸ ਵਿਆਹ 'ਚ 20-25 ਦਿਨ ਪਹਿਲਾਂ ਹੀ ਸ਼ਾਮਿਲ ਹੋ ਜਾਂਦੇ ਸੀਗੇ ਹਨਾ। ਉਹ ਐਵੇਂ ਹੁੰਦਾ ਸੀ ਜਿਵੇਂ ਮੇਰੇ ਡੈਡੀ ਹੁਣਾਂ ਦਾ ਬਹੁਤ ਫਾਰਮ ਆ ਹਨਾ, ਤਾਂ ਸਾਡੇ ਰਿਸ਼ਤੇਦਾਰੀਆਂ 'ਚ ਜਿੰਨੇ ਵਿਆਹ ਹੁੰਦੇ ਸੀ ਚਾਹੇ ਉਹ ਜਿੰਨੇ ਵੀ ਮਰਜ਼ੀ ਦੂਰ ਹੁੰਦੇ ਸੀਗੇ, ਤਾਂ ਸਾਰਾ ਦੁੱਧ ਮਤਲਬ ਸਾਡੇ ਘਰੋਂ ਜਾਣਾ ਹੁੰਦਾ ਸੀ ਇਕੱਠਾ ਹੋ ਕੇ ਹਨਾ। ਤੇ ਫਿਰ ਜਿਵੇਂ 5-7 ਦਿਨ ਪਹਿਲਾਂ ਕੜਾਹੀ ਚੜ੍ਹਦੀ ਹੁੰਦੀ ਸੀਗੀ, ਤਾਂ ਉੱਥੇ ਜਦੋਂ ਦੁੱਧ ਜਾਣਾ ਹਨਾ, ਜਾਂ ਕੋਈ ਏਦਾਂ ਮਾਸੀ ਹੁਣਾਂ ਨੇ ਜਾਂ ਸਾਡੇ ਕਿਸੇ ਰਿਸ਼ਤੇਦਾਰਾਂ ਨੇ ਲਿਖ ਕੇ ਭੇਜਣਾ ਵੀ ਹਲਵਾਈ ਨੇ ਇੰਨੇ ਬੰਦੇ ਦੱਸਿਆ, ਇੰਨਾ ਆਹ ਚੀਜ਼ ਬਣਨੀ, ਇੰਨੀ ਆਹ ਚੀਜ਼ ਹਨਾ, ਤਾਂ ਉਦੋਂ ਤੋਂ ਹੀ ਲੱਗਣ ਲੱਗ ਜਾਣਾ ਵੀ ਉਹ ਵਿਆਹ ਵਾਲਾ ਸਾਰਾ ਮਾਹੌਲ ਸਾਡੇ ਘਰੇ ਆ ਗਿਆ ਹਨਾ। ਤੇ ਫਿਰ ਤੁਸੀਂ ਦੇਖੋ ਵੀ ਜਦੋਂ ਹਲਵਾਈ ਲਾਉਂਦੇ ਹੁੰਦੇ ਸੀਗੇ ਲੋਕ, ਕਿੰਨੇ ਘਰਾਂ ਨਾਲ ਉਹਨਾਂ ਨੂੰ ਵੈਸੇ ਹੀ ਰਾਬਤਾ ਬਣਦਾ ਸੀ ਇਸ ਚੀਜ਼ ਲਈ, ਕਿਉਂਕਿ ਉਦੋਂ ਤਾਂ ਲੋਕ ਇੰਨਾ ਦਿਹਾੜੀਆ ਵਾਲਾ ਕੰਮ ਨਹੀਂ ਸੀ ਕਰਦੇ ਹੁੰਦੇ ਨਾ, ਵੀ ਕਿਸੇ ਨੂੰ ਲੱਡੂ ਵੱਟਣ ਲਈ ਸੱਦ ਲਿਆ, ਕਿਸੇ ਨੂੰ ਕਿਸੇ ਕੰਮ ਲਈ ਸੱਦ ਲਿਆ, ਸਾਰੇ ਤਰੀਕੇ 'ਚ ਸੱਦਾ ਹੁੰਦਾ ਸੀਗਾ ਵੀ ਕੜਾਹੀ ਚੜ੍ਹਨੀ। ਬਿਲਕੁਲ, ਆਪਾਂ ਨੂੰ ਮਤਲਬ ਦੂਜੇ ਤੀਜੇ ਘਰ ਦੇ ਵਿਆਹ ਦਾ ਵੀ ਕਿੰਨਾ ਚਾਅ ਹੋ ਜਾਂਦਾ ਸੀਗਾ। ਤੇ ਮੰਜੇ ਬਿਸਤਰੇ ਇਕੱਠੇ ਕਰਨ ਤੋਂ ਲੈ ਕੇ ਹਨਾ, ਕਿੰਨੀਆਂ ਚੀਜ਼ਾਂ ਸੀ ਜਿਨ੍ਹਾਂ 'ਚ ਅਸੀਂ ਬਿਲਕੁਲ ਮਤਲਬ ਨਾ ਚਾਹੁੰਦੇ ਵੀ ਸਾਡਾ ਸ਼ਾਮਿਲ ਹੋਣ ਨੂੰ ਜੀ ਕਰਦਾ ਸੀਗਾ। ਤੇ ਉਹ ਜਿਹੜਾ ਮੋਹ ਸੀ, ਉਹ ਇੱਕ ਚੀਜ਼ ਇਹ ਵੀ ਦੱਸਦਾ ਸੀ ਵੀ ਬੰਦੇ ਨੂੰ ਬੰਦੇ ਦੀ ਕਿੰਨੀ ਲੋੜ ਆ ਹਨਾ। ਤੇ ਜਦੋਂ ਇਹ ਚੀਜ਼ਾਂ ਦੇਖਦੇ ਹੁੰਦੇ ਸੀ, ਸੱਚੀ ਮਤਲਬ ਤੁਹਾਡਾ ਬਿਲਕੁਲ ਧਿਆਨ ਨਹੀਂ ਸੀ ਹੁੰਦਾ ਵੀ ਮੈਨੂੰ ਕਿੱਥੋਂ ਸੂਟ ਲਿਆ ਕੇ ਦਿੱਤਾ, ਕਿਹਨੇ ਕਿੱਥੋਂ ਕੱਪੜੇ ਲਿਆਉਣੇ ਨੇ, ਬਸ ਐ ਮਤਲਬ ਉਹ ਦਿਨ ਹੀ ਐ ਹੁੰਦੇ ਸੀਗੇ ਵੀ ਇਹੋ ਜਿਹੇ ਦਿਨ ਹੀ ਰਹਿਣ ਸਾਰਾ। ਉਹ ਉਦਾਂ ਥੋੜੀ ਜਿਵੇਂ ਹੁਣ ਮੰਨ ਲਓ ਵੀ ਆਪਾਂ ਜਦੋਂ 4 ਦਿਨ ਹੁਣ ਵੈਸੇ ਵੀ ਕਿਤੇ ਇਕੱਠੇ ਹੁੰਨੇ ਆ ਹਨਾ, ਤਾਂ ਆਪਾਂ ਉਹ ਥੋੜੀ ਕਹਿੰਦੇ ਨਹੀਂ ਯਾਰ ਵਿਆਹ ਵਰਗੇ ਦਿਨ ਸੀਗੇ, ਵਿਆਹ ਵਰਗਾ ਦਿਨ ਨਿਕਲਿਆ। ਕਿਉਂਕਿ ਉਨੀ ਰੌਣਕ ਵਿਆਹਾਂ 'ਚ ਹੁੰਦੀ ਸੀਗੀ ਪਹਿਲਾਂ ਸੀਗੀ। ਬਿਲਕੁਲ। ਤੇ ਫਿਰ ਤੁਸੀਂ ਦੇਖੋ ਮਤਲਬ ਕਿੰਨਾ ਜ਼ਿਆਦਾ ਤੁਹਾਡਾ ਇੱਕ ਦੂਜੇ ਨਾਲ ਤਾਂ ਹੁੰਦਾ ਹੀ ਸੀ, ਕੋਈ ਪੀਣਾ ਕਰ ਰਿਹਾ, ਕੋਈ ਕਿਵੇਂ, ਕੋਈ ਕੀ ਕੰਮ ਕਰ ਰਿਹਾ, ਕੋਈ ਮਤਲਬ ਜਿਹੜੀਆਂ ਕੁੜੀਆਂ ਨੂੰ ਅੱਗੇ ਦਾਜ 'ਚ ਚੀਜ਼ਾਂ ਦੇਣੀਆਂ ਹੁੰਦੀਆਂ ਸੀ ਉਹ ਜੋੜ ਰਹੇ ਹੁੰਦੇ ਸੀ ਹਨਾ। ਇੱਕ ਦੂਜੇ ਨਾਲ ਜਨਾਨੀਆਂ ਕਿੰਨੇ ਕੰਮ ਕਰਾਉਂਦੀਆਂ ਸੀਗੀਆਂ। ਜਿਹੜਾ ਤੁਸੀਂ ਭਾਜੀ ਵਾਲੀ ਚੀਜ਼ ਕਹੀ ਆ, ਸੱਚੀ ਆਪਾਂ ਰਾਤਾਂ ਨੂੰ ਬੈਠਦੇ ਹੁੰਦੇ ਸੀ ਔਰ ਲਿਖ ਕੇ ਇੱਕ ਪਰਚੀ ਤੇ ਲਿਖਿਆ ਹੁੰਦਾ ਸੀ ਕਿਹੜੇ ਰਿਸ਼ਤੇਦਾਰ ਨੂੰ ਕਿੰਨੀ ਭਾਜੀ ਜਾਊਗੀ ਹਨਾ, ਤੇ ਉਹ ਫਿਰ ਤੱਕੜੀਆਂ ਨਾਲ ਤੋਲ ਕੇ ਪਾਉਣੀਆਂ। ਹੁਣ ਜਿਵੇਂ ਆਪਾਂ ਇੱਕ ਵਾਰੀ ਅੱਗੇ ਵੀ ਗੱਲ ਕੀਤੀ ਸੀ, ਹੁਣ ਕੀ ਆ ਲੋਕ ਨਾ ਜਾਂਦੇ ਨੇ ਦੁਕਾਨਾਂ ਤੇ ਸਾਰੀ ਭਾਜੀ ਬੜੀ ਬਣਾਈ ਆਉਂਦੀ ਆ, ਫਿਰ ਉਹ ਪੈਕਿੰਗ ਵੀ ਆਪ ਹੀ ਕਰਕੇ ਦੇ ਦਿੰਦੇ ਨੇ ਤੇ ਫੈਂਸੀ ਜਿਹੇ ਡੱਬਿਆਂ 'ਚ ਲਿਆ ਕੇ ਆਪਾਂ ਪਾ ਕੇ ਤੇ ਦੂਜਿਆਂ ਨੂੰ ਦੇ ਦਿੰਦੇ ਆ। ਹੁਣ ਜੇ ਤੁਸੀਂ ਕਿਸੇ 15 ਸਾਲ ਦੀ ਕੁੜੀ ਨੂੰ ਵੀ ਪੁੱਛੋਗੇ ਨਾ, ਪਿੰਡਾਂ 'ਚ ਤਾਂ ਚਲੋ ਬੱਚਿਆਂ ਨੂੰ ਹਜੇ ਵੀ ਪਤਾ, ਸ਼ਹਿਰ 'ਚ ਪੁੱਛੋਗੇ ਵੀ ਕੜਾਹੀ ਚਾੜ੍ਹਨੀ ਕੀ ਹੁੰਦੀ ਆ, ਉਹਨੂੰ ਨਹੀਂ ਪਤਾ ਹੈਗਾ ਕੀ ਹੁੰਦੀ ਆ ਹਨਾ। ਤੁਸੀਂ ਨਿਆਣੇ ਨੂੰ ਜੇ ਪੁੱਛੋਗੇ ਨਾ ਵੀ ਅਸਲ ਵਿਆਹ ਕੀ ਹੁੰਦਾ, ਉਹ ਤੁਹਾਨੂੰ ਇਹੀ ਦੱਸੂਗਾ ਵੀ ਆਪਾਂ ਤਿਆਰ ਹੋ ਕੇ ਪੈਲੇਸ 'ਚ ਜਾਂਦੇ ਆ, ਉੱਥੇ ਮੁੰਡਾ ਕੁੜੀ ਆਉਂਦੇ ਨੇ, ਫਿਰ ਉਹ ਡੀਜੇ ਚੱਲ ਪੈਂਦਾ, ਫਿਰ ਉਹ ਕੇਕ ਕੱਟਦੇ ਨੇ, ਫਿਰ ਸਾਰੇ ਕਲੈਪਿੰਗ ਕਰ ਲੈਂਦੇ ਨੇ, ਫਿਰ ਉੱਥੇ ਸਾਰੇ ਡੀਜੇ ਤੇ ਨੱਚਦੇ ਆ, ਨੋਟ ਸੁੱਟਦੇ ਆ ਤੇ ਅਸੀਂ ਘਰੇ ਆ ਜਾਂਦੇ ਆ ਹਨਾ। ਤੇ ਸਹੀ ਗੱਲ ਨਿਆਣੇ ਨੂੰ ਨਾ ਇਹ ਨਾ ਲੱਗਣ ਲੱਗੇ ਜਿਵੇਂ ਵੀ ਕੇਕ ਕੱਟ ਕੇ ਵਿਆਹ ਉਹਨਾਂ ਦਾ ਆਨੰਦ ਕਾਰਨ ਉਹਨਾਂ ਨੂੰ ਜ਼ਰੂਰੀ ਹੋਈ ਨਾ ਲੱਗਣ। ਮੈਨੂੰ ਲੱਗਦਾ ਗੁਰਦੀਪ ਵੀ ਮੈਂ ਪਿਛਲੇ 15 ਸਾਲਾਂ 'ਚ ਕੋਈ ਆਨੰਦ ਕਾਰਜ ਨਹੀਂ ਵੇਖੇ ਹੈਗੇ, ਕਿਉਂਕਿ ਸਾਨੂੰ ਲੱਗਦਾ ਹੀ ਇਹ ਹੈ ਕਿ ਅਸੀਂ ਪੈਲੇਸ 'ਚ ਪਹੁੰਚਣਾ ਸਿੱਧੇ ਹਨਾ। ਪਹਿਲਾਂ ਮੇਲ ਆਉਂਦਾ ਹੁੰਦਾ ਸੀ ਤੁਹਾਡਾ 4-5 ਦਿਨ ਪਹਿਲਾਂ, ਨਾਨਕੇ ਜਾਂ ਮਾਸੀਆਂ ਤਾਂ ਤੁਹਾਡੀਆਂ ਇੰਨੇ ਦਿਨ ਪਹਿਲਾਂ ਆ ਜਾਂਦੀਆਂ ਹੁੰਦੀਆਂ ਸੀਗੀਆਂ ਹਨਾ।
ਤੇ ਫਿਰ ਤੁਸੀਂ ਦੇਖੋ ਵੀ ਹੁਣ ਇਹੀ ਚੀਜ਼ ਸਾਡੀ ਯਾਦ 'ਚ ਆ। ਕਿਸੇ ਨਿਆਣੇ ਨੂੰ ਨਹੀਂ ਪਤਾ ਹੋਣਾ ਵੀ ਗੁਰਦੁਆਰਾ ਸਾਹਿਬ ਜਾ ਕੇ ਮੁੰਡਾ ਤੇ ਕੁੜੀ ਲਾਵਾਂ ਲੈਂਦੇ ਨੇ, ਪਿਓ ਕੀ ਰਸਮ ਨਿਭਾਉਂਦਾ ਜਾਂ ਉੱਥੇ ਮੁੰਡੇ ਦਾ ਪਿਓ ਕੀ ਰਸਮ ਨਿਭਾ ਰਿਹਾ ਹੁੰਦਾ। ਉਸ ਤੋਂ ਬਾਅਦ ਆਪਾਂ ਨੂੰ ਤਾਂ ਇਹ ਵੀ ਪਤਾ ਹੁੰਦਾ ਸੀਗਾ ਵੀ ਹੁਣ ਜੀ ਮੁੰਡੇ ਦੇ ਮਤਲਬ ਸਿਹਰਾ ਜਿਹੜਾ ਉਹ ਕੁੜੀ ਦੇ ਪਿਓ ਦੀ ਝੋਲੀ ਪਾਇਆ ਜਾਊਗਾ ਜਾਂ ਦੁੱਧ ਪਲਾਈ ਦੀਆਂ ਰਸਮਾਂ ਹੁੰਦੀਆਂ ਸੀ ਹਨਾ। ਹੁਣ ਸਿਰਫ ਕੁੜੀਆਂ ਨੂੰ ਇੰਨਾ ਕੁ ਪਤਾ ਵੀ ਰਿਬਨ ਕਟਾਉਣਾ ਹੁੰਦਾ ਤੇ ਉੱਥੇ ਪੈਸੇ ਲੈਣੇ ਹੁੰਦੇ ਹਨਾ। ਛੋਟੀਆਂ ਛੋਟੀਆਂ ਕਿੰਨੀਆਂ ਰਸਮਾਂ ਨੇ ਜਿਹੜੀਆਂ ਸਾਡੇ ਨਿਆਣਿਆਂ ਨੂੰ ਤਾਂ ਪਤਾ ਹੀ ਨਹੀਂ ਚੱਲਣਗੀਆਂ ਜ਼ਿੰਦਗੀ 'ਚ, ਔਰ ਅਸੀਂ ਵੀ ਭੁੱਲਦੇ ਜਾ ਰਹੇ ਹਾਂ। ਹੁਣ ਮੈਨੂੰ ਵੀ ਨਹੀਂ ਯਾਦ ਰਹਿੰਦਾ ਹੁੰਦਾ ਵੀ ਹਲੇ ਕੀ ਕੀ ਕਰਨਾ। ਤੁਸੀਂ ਇਹ ਦੇਖ ਲਓ ਵੀ ਆਪਾਂ ਨੂੰ ਕਿਸੇ ਵਿਆਹ 'ਚ ਸੱਦਾ ਆ ਜਾਵੇ, ਜਿਵੇਂ ਹੁਣ ਹੁੰਦਾ ਹੈ ਕਿ ਵਿਆਹ ਤੋਂ 4-5 ਦਿਨ ਪਹਿਲਾਂ ਜਾਂ ਜਿੱਦਣ ਤੋਂ ਕੜਾਹੀ ਚੜ ਜਾਂਦੀ ਉਹ ਗਾਉਣ ਬੈਠਦਾ ਵਾ ਹਨਾ, ਜਿਵੇਂ ਬੁੜੀਆਂ ਮਤਲਬ ਆਲੇ ਦੁਆਲੇ ਆਪਣੇ ਘਰਾਂ ਦੀਆਂ ਜਨਾਨੀਆਂ ਇਕੱਠੀਆਂ ਹੋ ਕੇ ਗੀਤ ਗਾਉਂਦੀਆਂ ਨੇ। 2010 ਚ ਮੈਨੂੰ ਲੱਗਦਾ ਸਾਡੇ ਪਿੰਡ ਨਾ ਇੱਕ ਵਿਆਹ ਹੋਇਆ ਸੀ ਵੀਰੇ ਦਾ, ਉਹ ਬਾਹਰੋਂ ਆਏ ਸੀਗੇ ਤੇ ਉਹਨਾਂ ਨੇ ਆ ਕੇ ਨਾ ਪਿੰਡ 'ਚੋਂ ਸ਼ੁਰੂ ਕੀਤਾ ਸੀਗਾ। ਉਦੋਂ ਪਹਿਲਾਂ ਵੀ ਬੈਠਦੇ ਹੁੰਦੇ ਸੀ, ਜਿਵੇਂ ਮੰਮੀ ਹੁਣ ਦੱਸ ਦਿੰਦੇ ਕਿ ਜਦੋਂ ਤੁਹਾਡੇ ਵਿਆਹ ਮਤਲਬ ਸਾਡੇ ਵਿਆਹ ਹੋਏ ਸੀ ਜਾਂ ਭੂਆ ਉਹਨਾਂ ਦੇ ਵਿਆਹ ਹੋਏ ਵੀ ਉਦੋਂ ਜਿਵੇਂ ਬੁੜੀਆਂ ਪਹਿਲਾਂ ਦਾਲ ਦੂਲ ਚੁਗਣ ਆਉਂਦੀਆਂ ਹੁੰਦੀਆਂ ਸੀਗੀਆਂ ਵੀ ਉਦੋਂ ਬੈਠੀ ਉਵੇਂ ਗਾਣੇ ਗਾਈ ਜਾਂਦੀਆਂ ਸੀ। ਫਿਰ ਤਾਂ ਉਹ ਚੀਜ਼ ਮਤਲਬ ਘਟ ਗਈ ਸੀ। ਤੇ ਜਦੋਂ ਵੀਰੇ ਦਾ ਵਿਆਹ ਹੋਇਆ ਮੈਨੂੰ ਅੱਜ ਵੀ ਯਾਦ ਆ, ਰਾਜੂ ਵੀਰਾ ਸੀ ਉਹਨਾਂ ਨੂੰ ਕਹਿੰਦੇ ਆ ਨਾ, ਕੈਨੇਡਾ ਰਹਿੰਦੇ ਇਸ ਟਾਈਮ ਪੂਰੀ ਫੈਮਿਲੀ। ਉਹ ਜਦੋਂ ਆਏ ਉਹਨਾਂ ਨੇ ਸ਼ੁਰੂ ਕੀਤਾ ਦੁਬਾਰਾ ਤੋਂ ਹਨਾ, ਤੇ ਉਹਨਾਂ ਦੇ ਵਿਆਹ ਦਾ ਮੈਨੂੰ ਯਾਦ ਆ ਵੀ ਅੱਛਾ ਵਿਆਹ ਇਦਾਂ ਵੀ ਹੋ ਸਕਦਾ, ਵੀ ਇਦਾਂ ਮਤਲਬ ਆਹ ਇੱਕ ਚੀਜ਼ ਵੀ ਹੁੰਦੀ ਆ ਵਿਆਹ 'ਚ ਹਨਾ। ਹੁਣ ਉਹਨਾਂ ਦੇ ਵਿਆਹ ਤੋਂ ਸ਼ੁਰੂ ਹੋਇਆ ਸਾਡੇ ਘਰਾਂ 'ਚ ਜਦ ਸਾਡੇ ਪਿੰਡ 'ਚ ਉਸ ਤੋਂ ਬਾਅਦ ਜਿੰਨੇ ਵੀ ਵਿਆਹ ਹੋਏ ਨੇ ਤਕਰੀਬਨ ਚਾਹੇ ਕਿਸੇ ਨੇ 7 ਦਿਨ ਗਵਾਇਆ, ਚਾਹੇ 5 ਦਿਨ ਗਵਾਇਆ, ਜਾਂ ਕਿਸੇ ਨੇ 3 ਦਿਨ ਕੜਾਹੀ ਵਾਲੇ ਦਿਨ ਤੋਂ ਗਵਾਇਆ ਹਨਾ। ਸਾਡੇ ਪਿੰਡਾਂ 'ਚ ਮਤਲਬ ਸਾਰੇ ਸਰੀਕੇ ਦੀਆਂ ਬੁੜੀਆਂ ਇਕੱਠੀਆਂ ਹੋ ਕੇ ਗੀਤ ਗਾਉਂਦੀਆਂ ਨੇ ਹਨਾ। ਹੁਣ ਉਹ ਜੇ ਗਾਉਂਦੀਆਂ ਨੇ ਤਾਂ ਸਾਡੇ ਵਰਗਿਆਂ ਨੂੰ ਜਾਂ ਸਾਤੋਂ ਜਿਹੜੇ ਛੋਟੇ ਨਿਆਣੇ ਨੇ ਸੁਣ ਕੇ ਉਹਨਾਂ ਨੂੰ ਵੀ ਯਾਦ ਰਹਿਣਗੇ ਹਨਾ। ਹੁਣ ਜੇ ਆਪਾਂ ਮੰਨ ਲਓ ਆਮ ਤੌਰ ਤੇ ਮੈਂ ਨਹੀਂ ਦੇਖਦੀ ਹੈਗੀ ਵੀ ਕਿਤੇ ਐਵੇਂ ਗੀਤ ਗਾਉਣ ਗਏ ਨੇ ਜਾਂ ਗੀਤਾਂ ਤੇ ਬੈਠੇ ਨੇ, ਕਿਉਂਕਿ ਸਾਨੂੰ ਯਾਦ ਹੀ ਨਹੀਂ ਹੁੰਦੇ, ਗਾਣੇ ਨਹੀਂ ਯਾਦ ਹੁੰਦੇ, ਕਿਉਂਕਿ ਉਹ ਚੀਜ਼ ਅਸੀਂ ਜਿਹੜੀਆਂ ਵਿਆਹਾਂ ਦੀਆਂ ਰਸਮਾਂ ਉਹਦੇ ਵਿੱਚੋਂ ਆਪਾਂ ਮਾਈਨਸ ਕਰਤੀ ਹਨਾ। ਸੋ ਉਹ ਚੀਜ਼ ਮੈਨੂੰ ਬਹੁਤ ਵਧੀਆ ਲੱਗਦੀ ਆ ਵੀ ਉਦੋਂ ਵੀਰੇ ਉਹਨਾਂ ਨੇ ਆਪਦੇ ਵਿਆਹ ਤੇ ਉਹ ਚੀਜ਼ ਸ਼ੁਰੂ ਕੀਤੀ ਜਾਂ ਉਹਨਾਂ ਦੇ ਪਰਿਵਾਰ ਨੇ ਕੀਤੀ। ਉਹ ਅੱਜ ਤੱਕ ਮਤਲਬ ਸਾਡੇ ਪਿੰਡ 'ਚ ਉਵੇਂ ਹੀ ਆ ਵੀ ਹਾਂ ਲੋਕਾਂ ਨੂੰ ਲੱਗਣ ਲੱਗ ਗਿਆ ਵੀ ਨਹੀਂ ਵਧੀਆ, ਨਾਲੇ ਰੌਣਕ ਜੀ ਹੋ ਜਾਂਦੀ ਆ ਹਨਾ। ਨਾਲੇ ਕਹਿੰਦੇ ਵੀ ਜਾਗੋ ਵਾਲੇ ਦਿਨ ਹਨਾ ਤੁਹਾਨੂੰ ਗਿੱਧਾ ਪਖਾਉਣ ਲਈ ਜਿਹੜੇ ਪਹਿਲੇ ਦਿਨ ਹੁੰਦੇ ਨੇ, ਕਿਉਂਕਿ ਆਪਸ 'ਚ ਸਾਰੇ ਮਿਲ ਜਾਂਦੇ ਨੇਗੇ, ਥੋੜੇ ਜਿਹੇ ਖੁੱਲ ਜਾਂਦੇ ਨੇ ਇੱਕ ਦੂਜੇ ਦੇ ਨਾਲ, ਤਾਂ ਫਿਰ ਉਹ ਮਤਲਬ ਉਹਨੇ ਹੁੰਦੀ ਸਾਈ ਵਧਾਈ ਜਿਹੜੀ ਹੁੰਦੀ ਹੈ ਜਾਗੋ ਵਾਲੇ ਦਿਨ ਦੀ ਉਹ ਪਹਿਲਾਂ ਹੀ ਲੱਗ ਜਾਂਦੀ ਆ। ਫਿਰ ਆਪਾਂ ਨੱਚਣਾ ਜਾਂ ਆਹ ਬੋਲੀ ਪਾਵਾਂਗੇ ਜਾਂ ਤੂੰ ਕਿਵੇਂ ਤਿਆਰ ਹੋ ਕੇ ਆਉਣਾ, ਮੈਂ ਕਿਵੇਂ ਤਿਆਰ ਹੋ ਕੇ ਆਉਣਾ ਹਨਾ। ਸੋ ਪ੍ਰੀ ਪ੍ਰੋਡਕਸ਼ਨ ਵਿਆਹ ਦੀ ਕਹਿ ਸਕਦੇ ਹਾਂ ਹਨਾ। ਤੇ ਦੂਜਾ ਮੈਨੂੰ ਲੱਗਦਾ ਹੁੰਦਾ ਕਿ ਜਿਹੜਾ ਖਾਸ ਤੌਰ ਤੇ ਜਾਗੋ ਵਾਲੇ ਦਿਨ ਦਾ ਹੁੰਦਾ ਹੈ ਨਾ, ਹੁਣ ਆਪਾਂ ਦੇਖਦੇ ਹਾਂ ਕਿ ਲਾਈਟਾਂ ਵਾਲੀਆਂ ਜਾਗੋਆਂ ਆਉਣ ਲੱਗ ਬਿਜਲੀ ਤੇ ਚਾਰਜ ਹੁੰਦੀ। ਤੁਸੀਂ ਸੌਂ ਖਾ ਕੇ ਦੱਸੋ ਤੁਹਾਨੂੰ ਲੱਗਿਆ ਕਦੇ ਵੀ ਤੁਸੀਂ ਜਾਗੋ ਤੇ ਗਏ? ਹਾਂ ਮੈਂ ਤੁਹਾਨੂੰ ਦੱਸਣ ਲੱਗੀ ਸੀ, ਸਾਡੇ ਗੁਆਂਢ ਨਾ ਥੋੜੇ ਦਿਨ ਪਹਿਲਾਂ ਵਿਆਹ ਹੋਇਆ ਹਨਾ, ਉਹਨਾਂ ਦੀ ਦੋਨੇ ਵਾਰੀ ਜਾਗੋ ਸਾਡੇ ਘਰ ਆਈ। ਤੇ ਉਹ ਮੇਰੇ ਸਾਡੇ ਇੱਕ ਆਂਟੀ ਪਿੱਛੇ ਰਹਿੰਦੇ ਨੇ, ਘਰ ਦੇ ਬੜੇ ਬਜ਼ੁਰਗ ਨੇ ਉਹ। ਤੇ ਮੈਂ ਉਹਨਾਂ ਨੂੰ ਪੁੱਛਣ ਲੱਗੀ ਵੀ ਆਂਟੀ ਸਾਡੇ ਮੰਮੀ ਹੁਣੀ ਤਾਂ ਇੱਥੇ ਰਹਿੰਦੇ ਨਹੀਂ ਨਾ, ਵੀ ਆਪਾਂ ਉਹਨਾਂ ਨੂੰ ਪੈਸੇ ਦੇਣੇ ਹੁੰਦੇ ਆ ਤੇ ਜਾਗੋ 'ਚ ਤੇਲ ਵੀ ਪਾਉਣਾ ਹੁੰਦਾ ਨਾ। ਉਹ ਕਹਿੰਦੇ ਵੀ ਹੁਣ ਤੂੰ ਕਾਹਦੇ 'ਚ ਤੇਲ ਪਾਉਣਾ, ਕਹਿੰਦੇ ਉਹ ਜਿਵੇਂ ਪੁਰਾਣੇ ਬਜ਼ੁਰਗ ਕਹਿੰਦੇ ਹੁਣ ਤਾਂ ਬਿਜਲੀਆਂ ਵਾਲੀ ਤਾਂ ਜਾਗੋ ਹੈ ਨਾ। ਤੇ ਉਹ ਕਹਿੰਦੇ ਵੀ ਉੱਦਾਂ ਅੱਗੇ ਤਾਂ ਆਪਾਂ ਕੋਲਿਆਂ ਨਾਲ ਵੀ ਤੇਲ ਚੋਂਦੇ ਹੁੰਦੇ ਸੀ ਜਾਂ ਜਾਗੋ ਆਉਂਦੀ ਸੀ ਨਾ, ਕਹਿੰਦੇ ਵੀ ਉੱਥੇ ਤੁਸੀਂ ਚੋ ਦਿਓ। ਤੇ ਸੱਚੀ ਗੁਰਦੀਪ ਮਤਲਬ ਅੱਗੇ ਆਟੇ ਨਾਲ ਦੀਵੇ ਬਣਾਉਂਦੇ ਹੁੰਦੇ ਸੀ ਜਾਗੋ ਤੇ ਰੱਖਣ ਨੂੰ ਹਨਾ। ਨਹੀਂ ਹੋਰ ਨਾਨਕੇ ਮੇਲ ਦਾ ਕੰਮ ਕੀ ਹੁੰਦਾ ਸੀ, ਇਹੀ ਤਾਂ ਕੰਮ ਹੁੰਦਾ ਸੀ ਵੀ ਭਾਈ ਉਹਨਾਂ ਨੂੰ ਕਹਿੰਦੇ ਸੀ ਆਪਦਾ ਟਾਈਮ ਨਾਲ ਆਇਓ, ਤੁਸੀਂ ਜਾਗੋ ਤਿਆਰ ਕਰਨੀ ਆ, ਜਾਗੋ ਚੱਕਣੀ ਆ ਤੁਸੀਂ। ਉਹ ਫਿਰ ਮਾਮੀਆਂ ਆਉਂਦੀਆਂ ਸੀ ਪਹਿਲਾਂ ਤਾਂ, ਜਿਵੇਂ ਆਪਾਂ ਗੱਲ ਕਰਦੇ ਸੀਗੇ ਵੀ ਉਹਨਾਂ ਦਾ ਵੈਲਕਮ ਕਰਦੇ ਹੁੰਦੇ ਸੀਗੇ ਹਨਾ, ਸਿੱਠਣੀਆਂ ਦੇ ਕੇ ਹਨਾ, ਫਿਰ ਉਹਨਾਂ ਨੂੰ ਜਿਵੇਂ ਲੱਡੂ ਦੇ ਕੇ ਸ਼ਗਨ ਦੇ ਕੇ ਹਨਾ, ਉਹਨਾਂ ਨੂੰ ਜਿਹੜੀ ਮਤਲਬ ਮੁੰਡੇ ਦੀ ਜਾਂ ਕੁੜੀ ਦੀ ਮਾਂ ਉਹਨਾਂ ਨੂੰ ਘਰੇ ਵੈਲਕਮ ਕਰਦੀ ਹੁੰਦੀ ਸੀ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਜਿੰਨੀ ਦੇਰ ਤੱਕ ਉਹ ਚਾਹ ਪਾਣੀ ਵੀ ਪੀਂਦੀਆਂ ਸੀਗੀਆਂ, ਨਾਨਕੇ ਦਾਦਕੇ ਇੱਕ ਦੂਜੇ ਨੂੰ ਸਿੱਠਣੀਆਂ ਹੀ ਦੇ ਜਾਂਦੇ ਹੁੰਦੇ ਸੀਗੇ ਹਨਾ। ਕਿੰਨਾ ਵਧੀਆ ਮਾਹੌਲ ਬਣਦਾ ਸੀ। ਫਿਰ ਉਸ ਤੋਂ ਬਾਅਦ ਉਹਨਾਂ ਹੁੰਦਾ ਸੀ ਭਾਈ ਹੁਣ ਚਾਹ ਪਾਣੀ ਪੀ ਲਿਆ, ਹੁਣ ਸਾਨੂੰ ਜਾਗੋ ਦੱਸੋ ਕਿੱਥੇ ਤਿਆਰ ਕਰਨੀ ਆ। ਫਿਰ ਉਹ ਆ ਕੇ ਜਿਵੇਂ ਬਲਟੋਹੀ ਜਾਂ ਜਿਹੜਾ ਵੀ ਭਾਂਡਾ ਹੁੰਦਾ ਸੀ ਉਹਦੇ ਤੇ ਜਾਗੋ ਬਣਾਉਂਦੀਆਂ ਹੁੰਦੀਆਂ ਸੀ। ਅੱਗੇ ਕਹਿੰਦੇ ਹੁੰਦੇ ਸੀ ਵਿਆਹ ਤੋਂ ਇੱਕ ਦਿਨ ਪਹਿਲਾਂ ਵੀ ਅੱਜ ਮੇਲ ਵਾਲਾ ਦਿਨ ਆ ਜਾਂ ਸ਼ਗਨ ਵਾਲਾ ਦਿਨ ਆ ਹਨਾ। ਹੁਣ ਨਿਆਣਿਆਂ ਨੂੰ ਸਿਰਫ ਇੰਨਾ ਪਤਾ ਵੀ ਅੱਜ ਲੇਡੀ ਸੰਗੀਤ ਵਾਲਾ ਦਿਨ ਆ। ਤੇ ਸੱਚੀ ਮਤਲਬ ਇਹ ਸਾਨੂੰ ਵੀ ਐਂ ਲੱਗਣ ਲੱਗ ਗਿਆ, ਸਾਨੂੰ ਐਂ ਲੱਗਦਾ ਹੁੰਦਾ ਵੀ ਅਸੀਂ ਲੇਡੀ ਸੰਗੀਤ ਤੇ ਉਹਨਾਂ ਨੇ ਸਾਨੂੰ ਸੱਦਿਆ ਸੀ, ਅੱਧਾ ਘੰਟਾ ਉਹਨਾਂ ਦੇ ਘਰੇ ਜਾਣਾ ਤੇ ਉੱਥੇ ਅਸੀਂ ਏਦਾਂ ਕਰਕੇ ਬੈਠਣਾ, ਫਿਰ ਜਦੋਂ ਰੋਟੀ ਲੱਗੂਗੀ ਖਾ ਕੇ ਅਸੀਂ ਆ ਜਾਣਾ ਹੈ ਨਾ। ਰੀਸੈਂਟ ਅਸੀਂ ਇੱਕ ਜਾਗੋ ਤੇ ਜਾਣਾ ਸੀਗਾ, ਮੈਂ ਪਹਿਲਾਂ ਹੀ ਘਰੋਂ ਪੁੱਛਿਆ ਮੈਂ ਕਿਹਾ ਵੀ ਆਪਾਂ ਕਿੰਨਾ ਟਾਈਮ ਲਾ ਕੇ ਬਿਲਕੁਲ
ਤੇ ਜਿਹੜਾ ਡੀਜ਼ੇ ਨੇ ਇੱਕ ਤੁਹਾਡੀ ਜ਼ਿੰਦਗੀ ਚੋਂ ਨਾ ਇੱਕ ਇਕੱਲਾ ਸਵਾਦ ਨਹੀਂ ਮਾਰਿਆ, ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਉਹਨਾਂ ਵਿਆਹਾਂ 'ਚ ਜਾ ਕੇ ਇੰਜੋਏ ਨਹੀਂ ਕਰਦੇ। ਇੱਕ ਤਾਂ ਜਿਹੜੀ ਲਾਈਟਿੰਗ, ਹਾਂ ਉੱਥੇ ਭੈਣੇ ਦੇਖਣ ਲਾਇਕ ਹੁੰਦਾ ਹੀ ਕੁਛ ਨਹੀਂ। ਤੁਸੀਂ ਮਤਲਬ ਡੀਜੇ ਤੇ ਨੱਚਦੇ ਲੋਕਾਂ ਨੂੰ ਐ ਬੈਠ ਕੇ ਕਿੰਨਾ ਕੁ ਟਾਈਮ ਦੇਖ ਸਕਦੇ ਹੋ, ਕਿੰਨਾ ਕੁ ਟਾਈਮ ਦੇਖਦੇ ਨਾ। ਇੱਕ ਤੋਂ ਇੰਨਾ ਸ਼ੋਰ ਸ਼ਰਾਬਾ, ਤੁਸੀਂ ਮੰਨੋਗੇ ਵੀ ਨਿਆਣੇ ਵੀ ਕਹਿਣ ਲੱਗ ਗਏ ਵੀ ਇਹ ਜਿਹੜਾ ਮਿਊਜ਼ਿਕ ਹੈ ਇਹਨੂੰ ਹੌਲੀ ਆਵਾਜ਼ 'ਚ ਕਿਉਂ ਨਹੀਂ ਚਲਾਉਂਦੇ ਹਨ, ਵੀ ਨੱਚਣਾ ਹੀ ਆ, ਮਤਲਬ ਤੁਸੀਂ ਘਰੇ ਘਰੇ ਹੀ ਨੱਚ ਰਹੇ ਹੋ, ਉਹਨਾਂ ਨੂੰ ਸੁਣਨ ਲਈ ਤੁਹਾਨੂੰ ਚਾਹੀਦਾ ਵੀ ਤੁਸੀਂ ਇੰਨਾ ਜ਼ਿਆਦਾ ਲੋਕਾਂ ਨੂੰ ਕਿਉਂ ਸੁਣਾ ਰਹੇ ਹੋ। ਤੇ ਸੱਚੀ ਇਸੇ ਲਈ ਸਿਰਦਰਦੀ ਲੱਗਦੀ ਆ। ਮਤਲਬ ਮੇਨ ਜਿਹੜੀ ਸਭ ਤੋਂ ਜ਼ਿਆਦਾ ਬੁਰੀ ਚੀਜ਼ ਆ ਨਾ, ਉਹ ਤਾਂ ਸਭ ਤੋਂ ਵੱਡੀ ਚੀਜ਼ ਇਹੀ ਹੈ ਕਿ ਅਸੀਂ ਵਿਆਹ ਦਾ ਮਤਲਬ ਭੁਲਾਤਾ। ਮਤਲਬ ਤਾਂ ਇਹੀ ਸੀਗਾ ਵੀ ਤੁਹਾਨੂੰ ਉਹ ਰਸਮ ਯਾਦ ਰਹਿਣੀ ਚਾਹੀਦੀ ਆ, ਹਨਾ, ਵੀ ਤੁਸੀਂ ਜਾਣਦੇ ਹੋ, ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਫੇਰੇ ਲੈਂਦੇ ਹੋ ਜਿਹੜੀਆਂ ਲਾਵਾਂ, ਉਹ ਮੈਨੂੰ ਲੱਗਦਾ ਹੁਣ ਕਿਸੇ ਨਿਆਣੇ ਨੂੰ ਇਹ ਵੀ ਪੁੱਛ ਲਓ ਨਾ ਵੀ ਕਿੰਨੀਆਂ ਹੁੰਦੀਆਂ ਨੇ, ਉਹਨੂੰ ਉਹ ਵੀ ਨਹੀਂ ਪਤਾ ਹੋਊਗਾ। ਉਹਨੂੰ ਆਪਦੇ ਵਿਆਹ ਤੇ ਹੀ ਆ ਕੇ ਪਤਾ ਲੱਗੂਗਾ, ਹਨਾ, ਵੀ ਆਹ ਰਸਮ ਹੁੰਦੀ ਆ। ਕਿੰਨੀਆਂ ਆਪਾਂ, ਚਲੋ ਆਪਾਂ ਕਹਿੰਦੇ ਵੀ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ, ਪਰ ਕਿੰਨੇ ਜਿਹੜੇ ਮੁੰਡੇ ਕੁੜੀ ਨੇ ਵਿਚਾਰੇ ਨਾ, ਕਈ ਵਾਰੀ ਆਪਾਂ ਦੇਖਦੇ ਹਾਂ ਵੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਹੁੰਦਾ ਅਸਲ 'ਚ ਤੁਰਨਾ ਕਿਵੇਂ ਆ। ਇੱਕ ਨਾ ਸਾਡੀ ਸਹੇਲੀ ਦਾ ਵਿਆਹ ਸੀ ਤੇ ਉਹਦੇ ਜਿਹੜਾ ਹਸਬੈਂਡ ਨਾ, ਸੌਰੀ ਸਾਡੀ ਇੱਕ ਸਹੇਲੀ ਸੀ, ਉਹਦੇ ਨਾ ਤਾਏ ਦਾ ਮੁੰਡਾ ਆਇਆ ਬਾਹਰੋਂ, ਉਧਰਲੇ ਜੰਪਲ ਸੀ ਕੈਨੇਡਾ ਤੋਂ, ਹਨਾ। ਉਹ ਤੇ ਜਦੋਂ ਵਿਆਹ ਸੀ ਉਹਨੂੰ ਸਾਰੇ ਦੱਸਣ ਲੱਗੇ ਵੀ ਜਿੱਦਣ ਤੇਰਾ ਵਿਆਹ ਵਾ, ਜਿਹੜੀ ਮੇਨ ਰਸਮ ਹੁੰਦੀ ਆ ਆਨੰਦ ਕਾਰਜ ਦੀ ਹੁੰਦੀ ਆ, ਵੀ ਗੁਰੂ ਮਹਾਰਾਜ ਸਾਹਮਣੇ ਦੀ ਹਜ਼ੂਰੀ 'ਚ, ਗੁਰੂ ਮਹਾਰਾਜ ਦੀ ਹਜ਼ੂਰੀ 'ਚ, ਵੀ ਇੱਦਾਂ ਵੀ ਤੁਸੀਂ ਦੋਵੇਂ ਪਾਰਟਨਰ ਇੱਕ ਮਤਲਬ ਪੱਲਾ ਫੜ ਕੇ ਵੀ ਐਵੇਂ ਤੁਸੀਂ ਮਤਲਬ 4 ਲਾਵਾਂ ਲੈਣੀਆਂ ਨੇ। ਉਹ ਕਹਿੰਦਾ ਵੀ ਟਰਾਈ ਰਾਊਂਡ ਹੋਊਗਾ ਇੱਕ ਪਹਿਲਾਂ। ਮੈਨੂੰ ਲੱਗਦਾ ਵੀ ਇਹ ਤਾਂ ਉਧਰਲੇ ਜੰਮੇ ਪੜਿਆਂ ਦਾ ਹਾਲ ਸੀ, ਪਰ ਉਹ ਉਧਰਲੇ ਜਿਹੜੇ ਲੋਕ ਨੇ ਨਾ, ਉਹ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਸੁਚੇਤ ਨਿਕਲੇ। ਉਹਨਾਂ ਨੇ ਉਹ ਚੀਜ਼ਾਂ ਉੱਥੇ ਪਰਫਾਰਮ ਕਰਨੀਆਂ ਸ਼ੁਰੂ ਕੀਤੀਆਂ। ਉਹ ਰਸਮਾਂ ਉਹ ਸਾਰੀਆਂ ਕਰਦੇ ਨੇ ਜਿਹੜੀਆਂ ਅਸੀਂ ਇੱਧਰ ਕਰਦੇ ਹੁੰਦੇ ਸੀ, ਤੇ ਅਸੀਂ ਉਹ ਕਰਨੀਆਂ ਬੰਦ ਕਰਤੀਆਂ। ਮੈਨੂੰ ਲੱਗਦਾ ਹੈ ਕਿ ਅਸੀਂ ਚਿੰਤਤ ਹੁੰਦੇ ਹਾਂ ਵੀ ਉਧਰਲੇ ਜੰਪਲ ਨਿਆਣਿਆਂ ਨੂੰ ਪਤਾ ਨਹੀਂ ਲੱਗਣਾ ਕਲਚਰ ਦਾ, ਜਾਂ ਰੀਤਾਂ ਦਾ ਪਤਾ ਨਹੀਂ ਲੱਗਣਾ, ਰਸਮਾਂ ਦਾ ਪਤਾ ਨਹੀਂ ਲੱਗਣਾ, ਪਰ ਬਹੁਤ ਛੇਤੀ ਉਹ ਟਾਈਮ ਆ ਜਾਣਾ ਪੰਜਾਬ 'ਚ ਜਦੋਂ ਸਾਡੇ ਨਿਆਣੇ ਕਿਹਾ ਕਰਨਗੇ ਵੀ ਸਾਨੂੰ ਇੱਕ ਟਰਾਈ ਰਾਊਂਡ ਮਿਲੂਗਾ। ਹਾਂ ਹੋਊਗਾ ਗੁਰਦੀਪ। ਤੁਸੀਂ ਦੇਖੋ ਵੀ ਪੈਲੇਸ 'ਚ ਕਿੰਨਾ ਇਕੱਠ ਹੁੰਦਾ, ਹਨਾ, ਜਿੰਨੇ ਤੁਸੀਂ ਸੱਦੇ ਹੋਣਗੇ ਘੱਟੋ ਘੱਟ, ਚਲੋ ਜੇ ਮੰਨ ਲਓ ਤੁਸੀਂ 500 ਨੂੰ ਸੱਦਿਆ ਤਾਂ 400 ਤਾਂ ਹੋਊਗਾ ਹੀ, ਹਨਾ। ਤੇ ਅਸਲ ਵਿਆਹ ਹੁੰਦਾ ਗੁਰਦੁਆਰਾ ਸਾਹਿਬ, ਜਦੋਂ ਤੁਹਾਡੇ ਲਾਵਾਂ ਹੋ ਰਹੀਆਂ ਹੁੰਦੀਆਂ ਤੇ ਉੱਥੇ ਕਿੰਨਾ ਇਕੱਠ ਹੁੰਦਾ, ਮਸਾਂ 20 ਜਾਣੇ, ਹਨਾ। ਸਹੀ ਗੱਲ ਆ ਇਹ। ਮਤਲਬ ਉਹੀ ਜਾਣੇ ਹੋਣਗੇ ਜਿਨ੍ਹਾਂ ਦਾ ਕਹਿਣਗੇ ਵੀ ਜਾਏ ਬਿਨਾ ਸਰਦਾ ਨਹੀਂ, ਬਾਕੀ ਕਹਿਣਗੇ ਅਸੀਂ ਸਿੱਧੇ ਪੈਲੇਸ 'ਚ ਪਹੁੰਚਾਂਗੇ, ਹਨਾ। ਤੇ ਅੱਗੇ ਦੇਖੋ ਜਦੋਂ ਹਲਵਾਈ ਲੱਗਦਾ ਹੁੰਦਾ ਸੀ, ਉਦੋਂ ਹੀ ਉਹ ਜਿਹੜੀ ਸਬਜ਼ੀਆਂ ਦੀ ਮਹਿਕ ਸੀ ਨਾ, ਤੁਹਾਨੂੰ ਮਤਲਬ ਵਿਆਹ ਦੇ ਖਾਣੇ ਦੀ ਉਡੀਕ ਹੁੰਦੀ ਸੀ ਵੀ ਕਿਸੇ ਦਾ ਵਿਆਹ ਹੋਣਾ ਤੇ ਅਸੀਂ ਉੱਥੇ ਰੋਟੀ ਖਾਣ ਚੱਲੇ ਆ। ਹੁਣ ਤੁਹਾਨੂੰ ਮਨ ਅੱਕ ਜਾਂਦਾ ਤੁਹਾਡਾ, ਹਨਾ, ਇੰਨੇ ਮਸਾਲੇ, ਇੰਨੇ ਰੰਗ ਦੇਖ ਦੇਖ ਕੇ। ਤੇ ਘਰੇ ਆ ਕੇ ਸੱਚੀ ਤੁਸੀਂ ਮੂੰਗੀ ਮਸਰੀ ਦੀ ਦਾਲ ਭਾਲਦੇ ਹੁੰਦੇ ਹੋ ਵੀ ਅੱਜ ਜਾਂ ਤਾਂ ਨਿੰਬੂ ਦਾ ਅਚਾਰ ਹੋਵੇ ਜਾਂ ਫਿਰ ਉਹ ਦਾਲ ਹੋਵੇ, ਉਹਦੇ ਨਾਲ ਰੋਟੀ ਖਾਈਏ। ਮੈਂ ਤੁਹਾਨੂੰ ਦੱਸਿਆ ਨਾ, ਸਾਡੇ ਗੁਆਂਢ 'ਚ ਵਿਆਹ ਹੋ ਰਿਹਾ ਤਾਂ ਉਹਨਾਂ ਦੇ ਹਲਵਾਈ ਛੱਤ ਤੇ ਲੱਗੇ ਹੋਏ ਸੀਗੇ, ਹਨਾ। ਇੱਕ ਦਿਨ ਮੈਂ ਗੁਰਵਿੰਦਰ ਨੂੰ ਖੁਦ ਬਾਰੀ ਵਿੱਚੋਂ ਦਿਖਾਇਆ, ਮੈਂ ਕਿਹਾ ਦੇਖੋ ਵੀ ਉਹ ਰੰਗ ਦੀਆਂ ਡੱਬੀਆਂ ਭਰ ਭਰ ਕੇ ਡੋਲ ਰਹੇ ਸੀ, ਹਨਾ। ਮੈਂ ਕਿਹਾ ਜਦ ਕਿ ਮੁੱਦਾ ਸਿਰਫ ਖਾਣ ਨਾਲ ਆ, ਤੁਹਾਡੇ ਸਵਾਦ ਨਾਲ ਆ, ਤੁਹਾਨੂੰ ਉਹ ਚੀਜ਼ ਇੰਨੀ ਜ਼ਿਆਦਾ ਤਾਂ ਨਹੀਂ ਵੀ ਤੁਸੀਂ ਲਾਲ ਰੰਗ ਦੀ ਹੋਈ ਖਾਓਗੇ, ਹਨਾ। ਅਸੀਂ ਉਹ ਖਾਣੇ ਨਾਲ ਵੀ, ਉਸ ਰੋਟੀ ਨਾਲ ਵੀ ਖਿਲਵਾੜ ਕਰਾਉਣ ਲੱਗ ਗਏ। ਹਾਂ, ਪਹਿਲਾਂ ਬੜੇ ਸਿਰਫ ਨਾ ਹਲਵਾਈ, ਚਲੋ ਉਹਨਾਂ ਦੀ ਵੀ ਰੋਜੀ ਰੋਟੀ ਆ, ਹਨਾ, ਉਹਨਾਂ ਦਾ ਇਹ ਕੀਤਾ ਵਾ, ਪਰ ਤੁਹਾਨੂੰ ਪਤਾ ਮੇਲ ਵਾਲੇ ਦਿਨ ਦੀ ਰੋਟੀ ਵੀ ਘਰ ਦੀਆਂ ਮਤਲਬ ਘਰਾਂ ਦੀਆਂ ਜਨਾਨੀਆਂ ਇਕੱਠੀਆਂ ਹੋ ਕੇ ਬਣਾਉਂਦੀਆਂ ਸੀਗੀਆਂ। ਵੀ ਜਿਨ੍ਹਾਂ ਦੇ ਘਰੇ ਨਿਉਂਦਾ ਜਾਣਾ ਉਹ ਸਾਰੇ ਪਹਿਲਾਂ ਆਉਂਦੇ ਸੀਗੇ ਇਕੱਠੇ ਹੋ ਕੇ, ਉੱਥੇ ਇੱਕ ਘਰ ਰੋਟੀ ਪਾਣੀ ਬਣਦਾ ਸੀਗਾ ਤੇ ਫਿਰ ਸਾਰੇ ਘਰ ਖਾਂਦੇ ਸੀ। ਸਿਰਫ ਜਿਹੜਾ ਵਿਆਹ ਵਾਲੇ ਦਿਨ ਦਾ ਹੁੰਦਾ ਸੀਗਾ ਉਸ ਦਿਨ ਆਪਾਂ ਖਾਣਾ ਵਾ ਜਿਹੜਾ ਉਹ ਹਲਵਾਈਆਂ ਤੋਂ ਬਣਵਾਉਂਦੇ ਹੁੰਦੇ ਸੀਗੇ, ਹਨਾ। ਬਾਕੀ ਜਿਹੜਾ ਮੇਲ ਤੱਕ ਦੇ ਦਿਨ ਦਾ ਵੀ ਸਾਰਾ ਖਾਣਾ ਆਪ ਘਰੇ ਆਪ ਬਣਾਉਂਦੇ ਹੁੰਦੇ ਸੀਗੇ। ਨਹੀਂ, ਸਾਦਾ ਅਸੀਂ ਪਸੰਦ ਹੀ ਨਹੀਂ ਕਰਦੇ। ਜਿੰਨਾ ਕਿਸੇ ਨੇ ਸਾਦੀ ਜੋ ਚੀਜ਼ ਬਣਾਈ ਹੁੰਦੀ ਆ, ਅਸੀਂ ਕਿੰਨੀਆਂ ਜਾ ਕੇ ਨਗੋਚਾਂ ਕੱਢਦੇ ਹਾਂ, ਹਨਾ। ਹੁਣ ਹਰੇਕ ਬੰਦਾ ਕਹਿ ਦਿੰਦਾ ਵੀ ਪੈਲੇਸ 'ਚ ਮਤਲਬ ਜਿੱਡਾ ਵੱਡਾ ਪੈਲੇਸ ਹੋਊਗਾ ਜੀ ਓਡਾ ਵੱਡਾ ਵਿਆਹ ਹੈ, ਹਨਾ। ਸਾਡੇ ਘਰ ਮਹੀਨਾ ਕੁ ਪਹਿਲਾਂ ਇੱਕ ਮੁੰਡਾ ਆਇਆ ਤੇ ਕਿਸੇ ਰਿਸ਼ਤੇਦਾਰਾਂ ਨੇ ਮਤਲਬ ਹਿਮਾਚਲ ਵਿਆਹ ਕੀਤਾ ਸੀਗਾ, ਕਿਸੇ ਬਹੁਤ ਵੱਡੇ ਪੋਲੀਟੀਸ਼ੀਅਨ ਦਾ ਉਹ ਪੈਲੇਸ ਸੀਗਾ, ਹਨਾ। ਤੇ ਉਹਨੂੰ ਯਾਦ ਸੀਗਾ ਵੀ ਅੱਛਾ ਉਹਨਾਂ ਨੇ ਉੱਥੇ ਵਿਆਹ ਕੀਤਾ ਸੀ। ਉਹਨੂੰ ਕਿਉਂ ਯਾਦ ਸੀ? ਕਿਉਂਕਿ ਉਹ ਬਹੁਤ ਵੱਡਾ ਮੈਰਿਜ ਪੈਲੇਸ ਸੀਗਾ, ਹਨਾ। ਤੇ ਉਸ ਤੋਂ ਇਲਾਵਾ ਮੈਨੂੰ ਲੱਗਦਾ ਉਹਨੂੰ ਕੋਈ ਚੀਜ਼ ਨਹੀਂ ਸੀ ਯਾਦ ਉਸ ਵਿਆਹ ਦੀ, ਹਨਾ। ਤੇ ਇਹੀ ਚੀਜ਼ਾਂ ਅਸੀਂ ਕਰਨ ਲੱਗ ਗਏ। ਹੁਣ ਲੋਕ ਕਹਿ ਦਿੰਦੇ ਆ ਜੀ ਮੀਂਹ ਕਣੀ ਦੇ ਮੌਸਮ ਹੁੰਦੇ ਆ ਜੀ, ਤਾਂ ਕਰਕੇ ਲੋਕ ਵੱਡੇ ਵੱਡੇ ਪੈਲੇਸ ਕਰਦੇ ਆ। ਤੁਸੀਂ ਦੇਖੋ ਮੀਂਹ ਕਣੀ ਤਾਂ ਪਹਿਲੇ ਟਾਈਮ 'ਚ ਵੀ ਆਉਂਦਾ ਹੀ ਸੀਗਾ। ਨਹੀਂ ਚਲੋ ਕਰ ਵੀ ਲਓ, ਪਰ ਜਿਵੇਂ ਹੁਣ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਆਪਾਂ ਡਿਸਕਸ ਕਰ ਰਹੇ ਹਾਂ, ਹਨਾ, ਵੀ ਵਿਆਹ ਤੋਂ ਪਹਿਲਾਂ ਚਲੋ ਗਾਉਣ ਬੈਠੇ, ਹਨਾ, ਉਹ ਨਹੀਂ ਤਾਂ 3 ਦਿਨ ਤਾਂ ਜ਼ਰੂਰ ਬੈਠੇ, ਹਨਾ। ਚਲੋ ਉਹ ਵੀ ਨਾ ਸੀ, ਪਰ ਘੱਟੋ ਘੱਟ ਜਿਸ ਦਿਨ ਜਾਗੋ ਵਾਲਾ ਦਿਨ ਹੁੰਦਾ, ਹਨਾ, ਉਦਣ ਨਾਨਕੇ ਪਰਿਵਾਰ ਦਾ ਵੈਲਕਮ ਹੋਵੇ, ਸਿੱਠਣੀਆਂ ਤੁਸੀਂ ਇੱਕ ਦੂਜੇ ਨੂੰ ਦਵੋ, ਹਨਾ। ਉਸ ਤੋਂ ਬਾਅਦ ਜਿਵੇਂ
ਜਾਗੋ ਦਾ ਮੈਨੂੰ ਖਾਸ ਤੌਰ ਤੇ ਹਨਾ ਕੋਈ ਸਵਾਦ ਨਹੀਂ ਆਉਂਦਾ ਸੱਚੀ ਭੈਣੇ ਵੀ ਉਹ ਜਿਹੜੀ ਉਹ ਲਾਈਟਾਂ ਜਿਹੜੀ ਜਾਗੋ ਨਹੀਂ ਉਹ ਤਾਂ ਮਤਲਬ ਸਹੀ ਗੱਲ, ਦੀਵਾਲੀ ਨੂੰ ਲਾਈਟਾਂ ਭਾਵਨਾ ਮਰ ਨਹੀਂ ਉਹ ਤਾਂ ਦੀਵਾਲੀ ਨੂੰ ਆਪਾਂ ਵੈਸੇ ਵੀ ਲਾਈਟਾਂ ਲਾ ਲੈਂਦੇ ਹਾਂ ਹਨਾ ਦੀਵਾਲੀ ਤੇ ਵਿਆਹ 'ਚ ਤਾਂ ਫਿਰ ਕੋਈ ਫਰਕ ਹੀ ਨਹੀਂ ਰਿਹਾ ਹੈਗਾ। ਦੂਸਰਾ ਇੱਕ ਚੀਜ਼ ਮੈਨੂੰ ਹੋਰ ਬਹੁਤ ਭੈੜੀ ਲੱਗਦੀ ਆ ਹਨਾ ਰੀਸੈਂਟ ਅਸੀਂ ਇੱਕ ਵਿਆਹ ਤੇ ਗਏ ਤਾਂ ਉੱਥੇ ਤੁਹਾਨੂੰ ਪਤਾ ਸਾਰੇ ਪੂਰਾ ਤਿਆਰ ਹੋਏ ਹੋਏ ਸੀ, ਸਭ ਨੇ ਬਹੁਤ ਸੋਹਣੇ ਕੱਪੜੇ ਪਾਏ ਹੋਏ ਸੀ, ਪੂਰਾ ਐਨ ਵਧੀਆ ਤਿਆਰ ਹੋਏ ਹੋਏ ਸੀਗੇ। ਉੱਥੇ ਤਾਂ 10 ਕੁ ਮਿੰਟ ਦੇ ਲਈ ਉਹਨਾਂ ਨੇ ਡੀਜੇ ਬੰਦ ਕਰਤੇ ਤੇ 10 ਮਿੰਟ ਬੁੜੀਆਂ ਤੋਂ ਗਿੱਧਾ ਨਹੀਂ ਪਿਆ। ਤੁਸੀਂ ਯਕੀਨ ਕਰੋਗੇ ਮੈਂ ਇਹ ਵੀ ਕਹਿੰਦੀ ਹਾਂ ਕਿ ਜਿੰਨਾ ਜ਼ੋਰ ਅਸੀਂ ਤਿਆਰ ਹੋਣ ਤੇ ਮੇਕਅਪ ਤੇ ਲਾ ਕੇ ਜਾਂਦੇ ਆ ਨਾ, ਜੇ ਮੰਨ ਲਓ ਵੀ ਜੇ ਉੱਥੇ ਜਾਗੋ 'ਚ 10 ਬੁੜੀਆਂ ਵੀ ਨੇ, 10 ਨੇ 10 ਬੋਲੀਆਂ ਵੀ ਜੇ ਯਾਦ ਕੀਤੀਆਂ ਹੋਈਆਂ ਨੇ ਤਾਂ 100 ਬੋਲੀਆਂ ਹੋ ਗਈਆਂ, ਪੂਰਾ ਘੰਟਾ ਗਿੱਧਾ ਪੈ ਸਕਦਾ ਆ ਹਨਾ। ਤਾਂ ਉੱਥੇ ਮਤਲਬ ਜਿੰਨੇ ਟਾਈਮ ਡੀਜੇ ਚੱਲਦਾ ਤੁਸੀਂ ਨੱਚੀ ਜਾਂਦੇ ਹੋ, ਉੱਦਾਂ ਤੁਹਾਡੇ ਕੋਲੇ ਮਤਲਬ ਹੈ ਹੀ ਨਹੀਂ ਕੁਛ ਇੰਟਰਟੇਨਮੈਂਟ ਦਾ ਰੀਜ਼ਨ ਜਾਂ ਸਾਧਨ ਕੁਛ ਹੈ ਹੀ ਨਹੀਂਗਾ ਹਨਾ। ਸਾਰਾ ਕੁਝ ਅਸੀਂ ਕਰਕੇ ਜਾਂਦੇ ਆ ਪਰ ਜਿਹੜਾ ਅਸਲ ਚੀਜ਼ ਹੁੰਦੀ ਹੈ ਜਿਹਦੇ ਵਿੱਚ ਵਿਆਹ ਦੀ ਅਸਲ ਇੰਜੋਇਮੈਂਟ ਹੁੰਦੀ ਆ ਉਹ ਤੋਂ ਮਤਲਬ ਉਹਨੂੰ ਡੀਜੇ ਚੱਲਦਾ ਤਾਂ ਗਿੱਧਾ ਪਾਵਾਂਗੇ। ਗੁਰਦੀਪ ਜਿਵੇਂ ਮੈਂ ਤੁਹਾਨੂੰ ਕਹਿੰਦੀ ਮੈਨੂੰ ਵਿਆਹ ਜਾਣਾ ਇਸੇ ਲਈ ਨਹੀਂ ਪਸੰਦ ਕਿਉਂਕਿ ਮੈਨੂੰ ਨਾ ਮਾਈਗ੍ਰੇਨ ਦੀ ਪ੍ਰੋਬਲਮ ਆ ਤੇ ਮੈਂ ਜਦੋਂ ਵਿਆਹ ਜਾਂਦੀ ਹਾਂ ਫਿਰ ਉਸ ਤੋਂ 4-5 ਦਿਨ ਬਾਅਦ ਮੇਰੀ ਬਹੁਤ ਬੁਰੀ ਹਾਲਤ ਹੁੰਦੀ ਹੈ ਨਾ। ਉਹ ਤਾਂ ਹੀ ਆ ਕਿਉਂਕਿ ਅੱਗੇ ਦੇਖੋ ਸਾਨੂੰ ਚਾਅ ਹੁੰਦਾ ਸੀ ਵੀ ਅਸੀਂ ਜਾਵਾਂਗੇ ਮਿਲਾਂਗੇ, ਮੈਨੂੰ ਚਾਅ ਹੋਊਗਾ ਵੀ ਮੈਂ ਗੁਰਦੀਪ ਨੂੰ ਮਿਲੂੰਗੀ, ਅਸੀਂ ਬੈਠ ਕੇ 4 ਗੱਲਾਂ ਕਰਾਂਗੇ ਹਨਾ। ਅਸੀਂ ਪਤਾ ਕੀ ਕਹਿੰਦੇ ਹੁੰਦੇ ਸੀ ਵੀ ਆਉਂਦਾ ਨਾ ਡੀਜੇ ਠਹਿਰ ਕੇ ਲਾਇਓ ਪਹਿਲਾਂ ਅਸੀਂ ਨੱਚਣਾ ਪਹਿਲਾਂ ਤੇ ਉੱਥੇ ਤੁਹਾਨੂੰ ਨਾਲ ਬਿਲਕੁਲ ਜਿਵੇਂ ਤੁਸੀਂ ਮੇਰੀ ਕੁਰਸੀ ਦੇ ਨਾਲ ਵੀ ਬੈਠੇ ਹੋ ਨਾ, ਮੈਨੂੰ ਤੁਹਾਡੀ ਆਵਾਜ਼ ਨਹੀਂ ਸੁਣ ਰਹੀ ਹੁੰਦੀ। ਮੈਂ ਮਤਲਬ ਸ਼ੁਕਰ ਮਨਾ ਰਹੀ ਹੋਊਂਗੀ ਵੀ ਜਦੋਂ ਬੰਦ ਹੋਊਗਾ ਫਿਰ ਬਹਿ ਕੇ ਆਪਾਂ 2 ਗੱਲਾਂ ਕਰਾਂਗੇ ਹਨਾ। ਤੇ ਕੀ ਇਹੋ ਜਿਹੇ ਵਿਆਹਾਂ ਦਾ ਫਾਇਦਾ ਫਿਰ ਤੁਹਾਨੂੰ? ਮੈਨੂੰ ਤਾਂ ਨਹੀਂ ਲੱਗਦਾ। ਲੋਕ ਕਹਿੰਦੇ ਨੇ ਵੀ ਆਪਣੇ ਲਈ ਵੀ ਕਹਿੰਦੇ ਹੋਣਗੇ ਵੀ ਆਪ ਪਤਾ ਨਹੀਂ ਤੁਸੀਂ ਇਹ ਸਾਰਾ ਕੁਝ ਆਪਦੇ ਘਰਾਂ 'ਚ ਕਰੋਗੇ ਵੀ ਜਾਂ ਨਹੀਂ, ਜਾਂ ਕਰਦੇ ਵੀ ਹੋਵੋਗੇ ਜਾਂ ਨਹੀਂ ਹਨਾ। ਪਰ ਸਾਡੇ ਜਿਵੇਂ ਰੀਸੈਂਟ 2 ਸਾਲ ਪਹਿਲਾਂ ਫੈਮਿਲੀ 'ਚ ਵਿਆਹ ਹੋਇਆ ਸੀ ਤਾਂ ਸੱਚੀ ਉੱਥੇ ਇੰਨਾ ਲਾਈਟ ਮਿਊਜ਼ਿਕ ਸੀ, ਸਾਰਿਆਂ ਨੇ ਕਿਹਾ ਵੀ ਹਾਂ ਮਤਲਬ ਮਜ਼ਾ ਆ ਗਿਆ ਵਿਆਹ ਦੇਖ ਕੇ ਹਨਾ। ਤੇ ਬਹੁਤ ਸਾਰੇ ਨੱਚੇ, ਸਾਰਿਆਂ ਨੇ ਬਹੁਤ ਇੰਜੋਏ ਕੀਤਾ। ਹੁਣ ਮੈਂ ਆਪਦੇ ਨਿਆਣਿਆਂ ਨੂੰ ਵੀ ਇਹੀ ਚੀਜ਼ ਸਮਝਾਉਣੀ ਹੁੰਦੀ ਆ ਵੀ ਵਿਆਹ ਨਾ ਸਿਰਫ ਤੁਹਾਡਾ ਆਪਣਾ ਇੱਕ ਉਹ ਆ ਹਨਾ ਜਿਹਨੂੰ ਤੁਸੀਂ ਕਿੱਦਾਂ ਬਣਾਉਣਾ ਹੈ ਤਾਂ ਉਹ ਤੁਸੀਂ ਦੇਖਿਓ। ਤੇ ਮੈਂ ਸੱਚੀ ਇਹਨਾਂ ਚੀਜ਼ਾਂ ਦੇ ਹੱਕ 'ਚ ਨਹੀਂ ਹੋਊਂਗੀ। ਅੱਗੇ ਨਾ ਭੈਣੇ ਆਪਣੇ ਵਿਆਹ ਤੋਂ ਬਾਅਦ ਗਲੇ ਬੈਠੇ ਹੁੰਦੇ ਸੀ ਵੀ ਬੋਲੀਆਂ ਪਾ ਕੇ ਹਨਾ ਗਾਣੇ ਗਾ ਕੇ, ਅੱਜ ਕੱਲ ਗਲੇ ਬੈਠੇ ਹੁੰਦੇ ਨੇ ਤਲਿਆ ਖਾ ਕੇ ਤਲਿਆ ਖਾ ਕੇ ਜਾਂ ਫਿਰ ਉੱਚੀ ਉੱਚੀ ਆਵਾਜ਼ਾਂ ਮਾਰ ਕੇ ਨਾ ਵੀ ਸੁਣ ਨਹੀਂ ਰਿਹਾ ਸਾਨੂੰ। ਨਹੀਂ ਪਰ ਸੱਚੀ ਹੁਣ ਸੱਚੀ ਨਹੀਂ ਮਤਲਬ ਵਿਆਹ ਦਾ ਚਾਅ ਨਹੀਂ ਹੁੰਦਾ ਹੈਗਾ ਹਨਾ। ਚਾਅ ਕਈ ਵਾਰੀ ਇਹ ਹੁੰਦਾ ਵਾ ਵੀ ਕੋਈ ਆਪਦਾ ਘਰ ਦਾ ਵਿਆਹ ਹੋਵੇ, ਘੱਟੋ ਘੱਟ ਤੁਸੀਂ ਆਪਦੇ ਘਰ ਦੇ ਵਿਆਹ ਤੇ ਆਪਦੀ ਮਰਜ਼ੀ ਦਾ ਕੁਛ ਤਾਂ ਕਰ ਸਕਦੇ ਹੁੰਦੇ ਹੋ ਹਨਾ। ਇਹ ਮੈਂ ਸੱਚੀ ਅਪੀਲ ਕਰਨੀ ਮਤਲਬ ਸੱਚੀ ਰਿਕੁਐਸਟ ਹੀ ਆ ਸਾਰਿਆਂ ਨੂੰ, ਜਿੰਨੇ ਜਾਣੇ ਜੇ ਕਿਸੇ ਦਾ ਤੁਸੀਂ ਵਿਆਹ ਅਟੈਂਡ ਕਰਨ ਜਾਂਦੇ ਹੋ ਤਾਂ ਘੱਟੋ ਘੱਟ ਤੁਸੀਂ ਜਾ ਕੇ ਉਹਨਾਂ ਨੂੰ ਕਹੋ ਵੀ 10-20 ਮਿੰਟ ਆਪਾਂ ਜਾਂ ਅੱਧਾ ਘੰਟਾ ਆਪਾਂ ਗਿੱਧਾ ਪਾਈਏ। ਤੇ ਜਿੰਨੀਆਂ ਜਨਾਨੀਆਂ ਗਈਆਂ ਹੁੰਦੀਆਂ ਨੇ ਵਿਆਹ 'ਚ, ਜਿੰਨਾ ਜ਼ੋਰ ਤੁਸੀਂ ਤਿਆਰ ਹੋਣ ਤੇ ਲਾਇਆ ਹੁੰਦਾ ਉਹਨਾਂ ਜ਼ੋਰ ਸਾਨੂੰ ਗਿੱਧੇ 'ਚ ਵੀ ਲਾਉਣਾ ਚਾਹੀਦਾ ਹਨਾ। ਘੱਟੋ ਘੱਟ 10-10 ਬੋਲੀਆਂ 12-12 ਬੋਲੀਆਂ ਯਾਦ ਕਰਕੇ ਚਲੇ ਜਾਓ। ਇੰਨੇ ਨਾਲ ਨਾਲੇ ਅਗਲੇ ਦਾ ਪ੍ਰੋਗਰਾਮ ਵਧੀਆ ਹੋ ਜਾਂਦਾ, ਨਾਲੇ ਤੁਹਾਡਾ ਖੁਦ ਦਾ ਇੰਟਰਟੇਨਮੈਂਟ ਕਿੰਨਾ ਵਧੀਆ ਹੁੰਦਾ, ਨਾਲੇ ਉਸ ਵਿਆਹ ਦੀ ਕੋਈ ਤਾਂ ਯਾਦ ਤੁਹਾਨੂੰ ਹੋਊਗੀ ਹੈ ਨਾ। ਜਿਵੇਂ ਹੁਣ ਮੈਨੂੰ ਸਿਰਫ ਉਹੀ ਵਿਆਹ ਯਾਦ ਨਹੀਂ ਜਿਹ 'ਚ ਅਸੀਂ ਬਹੁਤ ਜ਼ਿਆਦਾ ਹੱਸੇ ਜਾਂ ਬਹੁਤ ਜ਼ਿਆਦਾ ਨੱਚੇ, ਜਿਹ 'ਚ ਅਸੀਂ ਬਹੁਤ ਜ਼ਿਆਦਾ ਇੰਜੋਏ ਕੀਤਾ ਜਾਂ ਫਿਰ ਜਿਹਦੇ ਤੁਸੀਂ ਤਿਆਰੀਆਂ ਆਪਦੇ ਹੱਥਾਂ ਨਾਲ ਕੀਤੀਆਂ ਹਾਂ। ਜਿਵੇਂ ਹੁਣ ਅੱਗੇ ਤੁਹਾਨੂੰ ਪਤਾ ਭੈਣੇ ਇਹ ਵੀ ਹੁੰਦਾ ਸੀਗਾ ਵੀ ਆਪਾਂ ਨੂੰ ਬਟਨਾਂ ਦਾ ਕਿੰਨਾ ਚਾਅ ਹੁੰਦਾ ਸੀ ਵੀ ਨਹੀਂ ਸਪੈਸ਼ਲ ਉਸ ਚੀਜ਼ ਲਈ ਵੀ ਟਾਈਮ ਕੱਢਣਾ ਵਾ, ਬਟਨਾ ਬਣਾਉਣਾ ਹਨਾ। ਅੱਜ ਕੱਲ ਤੋਂ ਵੀ ਜਿਵੇਂ ਆਪਾਂ ਰੈਡੀਮੇਡ ਬਣਿਆ ਬਣਾਇਆ ਪਿਆ ਉਹਨੂੰ ਲਿਆ ਕੇ ਘਰੇ ਪਾਣੀ 'ਚ ਘੋਲ ਕੇ ਆਪਾਂ ਅਗਲੇ ਦੇ ਬਟਨਾ ਲਾ ਦਿੰਦੇ ਹਾਂ ਹਨਾ। ਉੱਥੇ ਵੀ ਖੜ ਕੇ ਗਾਣੇ ਗਾਉਂਦੇ ਹੁੰਦੇ ਸੀਗੇ ਹਨਾ, ਕਿੰਨੇ ਗੀਤ ਹੁੰਦੇ ਸੀ, ਸਵੇਰੇ ਨਹਾਈ ਧੋਈ ਤੇ ਕਿੰਨੇ ਗੀਤ ਹੁੰਦੇ ਸੀਗੇ। ਹੁਣ ਉਹ ਸਾਰੀਆਂ ਚੀਜ਼ਾਂ ਸੀ ਮਤਲਬ ਜਿਨ੍ਹਾਂ ਨਾਲ ਮਿਲਾ ਕੇ ਇੱਕ ਵਿਆਹ ਬਣਦਾ ਹੁੰਦਾ ਸੀਗਾ ਤਾਂ ਉਹ ਅਸੀਂ ਵਿੱਚੋਂ ਕੱਢਤੀਆਂ। ਇਸੇ ਕਰਕੇ ਸਾਨੂੰ ਹੁਣ ਵਿਆਹ ਨਹੀਂ ਲੱਗਦੇ ਹੈਗੇ। ਹੁਣ ਵਿਆਹਾਂ 'ਚ ਮੈਨੂੰ ਲੱਗਦਾ ਵੀ ਇੱਕ ਚੀਜ਼ ਇਹ ਆ ਵੀ ਬੰਦੇ ਨੂੰ ਬੰਦੇ ਦੀ ਲੋੜ ਨਹੀਂ ਰਹੀ ਹਨਾ। ਸਿਰਫ ਇੱਕ ਤੁਸੀਂ ਲੋਕਾਂ ਨੂੰ ਦਿਖਾਉਣਾ ਹੁੰਦਾ ਵੀ ਸਾਡੇ ਇੰਨਾ ਇਕੱਠ ਆ। ਅੱਗੇ ਤੁਸੀਂ ਦੇਖਿਆ ਵੀ ਜਿਵੇਂ ਆਪਾਂ ਕਹਿੰਦੇ ਵੀ ਰਿਸ਼ਤੇਦਾਰ ਕਿੰਨੇ ਦਿਨ ਪਹਿਲਾਂ ਆਉਂਦੇ ਹੁੰਦੇ ਸੀ, ਹੁਣ ਕਿਉਂ ਨਹੀਂ ਆਉਂਦੇ? ਹੁਣ ਤੁਹਾਡੀਆਂ ਸਕੀਆਂ ਮਾਸੀਆਂ, ਤੁਹਾਡੇ ਸਕੇ ਨਾਨਕੇ ਉਹ ਵੀ ਪੈਲਸਾਂ 'ਚ ਮਿਲਦੇ ਹੁੰਦੇ ਆ ਤੁਹਾਨੂੰ ਆ ਕੇ। ਉਹ ਕਹਿਣਗੇ ਜੀ ਪੈਸੇ ਤਾਂ ਅਸੀਂ ਪਹਿਲਾਂ ਹੀ ਭੇਜਤੇ ਸੀ ਨਾਨਕ ਸ਼ੱਕ ਦੇ, ਫਿਰ ਅਸੀਂ ਤਾਂ ਹੁਣ ਸਰਦਾ ਨਹੀਂ, ਦਿਨ ਦੀ ਦਿਨ ਆਵਾਂਗੇ ਹਨਾ। ਕਿਉਂਕਿ ਤੁਹਾਨੂੰ ਪਤਾ ਵੀ ਅੱਗੇ ਪਿੱਛੇ ਤੁਹਾਨੂੰ ਬਿਠਾ ਕੇ ਅਗਲੇ ਨੇ ਕਰਾਉਣਾ ਹੀ ਕੁਛ ਨਹੀਂ ਹੈ ਨਾ। ਤੇ ਹੁਣ ਤਾਂ ਗੁਰਦੀਪ ਮਤਲਬ ਇਹ ਵੀ ਹੋ ਗਿਆ, ਅੱਗੇ ਜਿੰਨਾ ਮਰਜ਼ੀ ਤੁਹਾਡਾ ਰਿਸ਼ਤੇਦਾਰ ਹੁੰਦਾ ਸੀ ਜਾਂ ਉਹ ਤੁਹਾਡੇ ਘਰੇ ਰਹਿੰਦਾ ਹੁੰਦਾ ਸੀ ਜਾਂ ਫਿਰ ਤੁਹਾਡੇ ਜਿਹੜੇ ਚਾਚੇ ਤਾਇਆਂ ਦੇ ਘਰ, ਹੁਣ ਤਾਂ ਲੋਕ ਹੋਟਲ ਬੁੱਕ ਕਰਾ ਦਿੰਦੇ ਨੇ। ਹਾਂ ਤੁਹਾਨੂੰ ਪਤਾ ਇਹਦਾ ਵੀ ਕਿੰਨਾ ਚਾਅ ਹੁੰਦਾ ਸੀਗਾ ਵੀ ਭਾਈ ਅਗਲੇ ਦੇ ਰਿਸ਼ਤੇਦਾਰ ਸਾਡੇ ਘਰੇ ਸੁੱਤੇ ਨੇ ਜਾਂ ਉਹਨਾਂ ਨੇ ਸੌਣਾ, ਸਵੇਰੇ ਉਹਨਾਂ ਦੇ ਨਹਾਉਣ
ਨਹਾਉਣ ਲਈ ਪਾਣੀ ਗਰਮ ਕਰਕੇ ਰੱਖਣਾ ਜਾਂ ਉਹਨਾਂ ਨੂੰ ਚਾਹ ਪਹੁੰਚਦੀ ਕਰਨੀ, ਹਨਾ, ਉਹ ਵੀ ਤੁਹਾਨੂੰ ਵੀ ਐ ਲੱਗਦਾ ਹੁੰਦਾ ਸੀ ਵੀ ਤੁਹਾਡੇ ਘਰੇ ਵੀ ਵਿਆਹ ਹੀ ਆ। ਹਾਂ, ਵੀ ਆਪਣੇ ਘਰ ਵੀ ਵਿਆਹ ਹੈ ਹਨਾ। ਤੇ ਹੁਣ ਤਾਂ ਮਤਲਬ ਫਿਰ ਉਹੀ ਗੱਲ ਆ ਵੀ ਸਾਨੂੰ ਸਿਰਫ ਲੱਗਣੀ ਇਹ ਲੱਗ ਗਿਆ ਵੀ ਉਹ 4 ਘੰਟੇ ਹੀ ਵਿਆਹ ਹੁੰਦਾ। ਜਦੋਂ ਤੁਸੀਂ 11 ਜਾਂ 12 ਵਜੇ, ਉਹ ਵੀ ਆਪਾਂ ਉਡੀਕਦੇ ਰਹਿੰਦੇ ਵੀ 12 ਵਜੇ ਤੱਕ ਮਸਾਂ ਬਰਾਤ ਆਉਂਦੀ ਆ ਜਾਂ ਪਹੁੰਚਦੀ ਆ ਉੱਥੇ, ਹਨਾ। ਤੇ ਫਿਰ 4 ਵਜੇ ਨੂੰ ਸਾਨੂੰ ਹੋ ਜਾਂਦਾ ਵੀ ਚਲੋ ਲੱਖਾਂ ਰੁਪਈਆ ਨੂੰ ਅੱਗ ਲਾ ਕੇ ਹੁਣ ਚੱਲੀਏ ਘਰਾਂ ਨੂੰ, ਹਨਾ। ਜਿਵੇਂ ਫਿਰ ਮਤਲਬ ਅੱਗੇ ਦੇਖੋ ਇੰਨਾ ਇਤਫਾਕ ਹੁੰਦਾ ਸੀ ਲੋਕਾਂ ਦਾ ਵੀ ਘਰਾਂ ਦੇ ਵਿਆਹਾਂ ਨੂੰ ਵੀ ਲੋਕ ਇੰਨਾ ਜ਼ਿਆਦਾ ਆਨੰਦ ਮਾਣਦੇ ਸੀ, ਹਨਾ। ਹੁਣ 5 ਸਾਲ ਹੋ ਗਏ ਮੇਰੀ ਭੂਆ ਜੀ ਦੀ ਬੇਟੀ ਦਾ ਵਿਆਹ ਹੋਇਆ, ਉਹਨਾਂ ਨੇ ਲੁਧਿਆਣੇ ਮਤਲਬ ਬੜਾ ਮਹਿੰਗਾ ਪੈਲੇਸ ਕੀਤਾ, ਹਨਾ। ਤੇ ਕਹਿੰਦੇ ਵੀ ਕੇਟਰਿੰਗ ਤੇ ਬੜੇ ਜ਼ਿਆਦਾ ਪੈਸੇ ਲੱਗ ਗਏ, 34-35 ਲੱਖ ਰੁਪਏ। ਤੇ ਉੱਥੇ ਸਾਡੇ 2 ਰਿਸ਼ਤੇਦਾਰ ਆ ਕੇ ਕਹਿੰਦੇ ਸਾਨੂੰ, ਕਹਿੰਦੇ ਵੀ ਪੈਸਾ ਤਾਂ ਕਹਿੰਦੇ ਬੜਾ ਉਜਾੜਤਾ, ਪਰ ਖਾਣ ਨੂੰ ਤਾਂ ਉੱਥੇ ਵੀ ਆਲੂਆਂ ਦੀ ਬਹੁਤ ਜ਼ਿਆਦਾ ਚੀਜ਼ਾਂ ਸੀ, ਕਹਿੰਦੇ ਆਲੂ ਤਾਂ ਇੰਨਾ ਸਸਤਾ। ਤੇ ਮਤਲਬ ਉਹ ਅਸੀਂ ਸ਼ੋਸ਼ੇਬਾਜ਼ੀਆਂ ਜਿਹੀਆਂ ਚ ਪੈ ਗਏ, ਹਨਾ, ਵੀ ਸਾਨੂੰ ਲੱਗਣ ਲੱਗ ਗਿਆ ਵੀ ਬਸ ਮਤਲਬ ਸਭ ਕੁਝ ਚਮਕਦਮ ਕਾਲਾ ਵਿਆਹ। ਮੈਂ ਉਹੀ ਕਹਿੰਦੀ ਆ ਨਾ, ਅੱਗੇ ਤੁਹਾਨੂੰ ਵਿਆਹ ਕਿਉਂ ਯਾਦ ਰਹਿੰਦੇ ਸੀ? ਤੁਹਾਨੂੰ ਮਤਲਬ ਵਿਆਹ ਦੀਆਂ ਯਾਦਾਂ ਹੁੰਦੀਆਂ ਸੀਗੀਆਂ ਵੀ ਕਿੰਨਾ ਨੱਚੇ ਫਲਾਣੇ ਵਿਆਹ ਤੇ, ਦੇਖਿਆ ਫਲਾਣਾ ਕਿਵੇਂ ਨੱਚਿਆ ਸੀ, ਜਾਂ ਫਲਾਣੇ ਤੇ ਤੁਸੀਂ ਬੋਲੀ ਪਾਈ ਸੀ, ਜਾਂ ਤੁਸੀਂ ਉੱਥੇ ਆ ਤਮਾਸ਼ਾ ਕੀਤਾ ਸੀ, ਜਾਂ ਤੁਸੀਂ ਭਾਜੀ ਜਾਂ ਜਦੋਂ ਤੁਸੀਂ ਬੰਨ੍ਹਦੇ ਸੀ ਪਾ ਕੇ ਰੱਖਦੇ ਸੀ ਉਦੋਂ ਫਲਾਣੇ ਨੇ ਵੀ, ਜਾਂ ਆਪਣੇ ਫਲਾਣੇ ਮਾਮੇ ਤੋਂ ਗਾਲਾਂ ਪੈ ਗਈਆਂ ਸੀਗੀਆਂ, ਹਨਾ। ਕਿੰਨਾ ਕੁਛ ਹੁੰਦਾ ਸੀ। ਵਿਆਹਾਂ ਦੇ ਕੱਪੜੇ ਅਸੀਂ ਡਿਸਾਈਡ ਕਰਨੇ, ਹਨਾ। ਇੱਕ ਵਿਆਹ ਤੇ ਮੈਨੂੰ ਯਾਦ ਆ ਵੀ ਸਹੁਰੀਆਂ ਭੈਣਾਂ ਨੇ ਹਰੇ ਸੂਟ ਪਾ ਲਏ ਤੇ ਗਾਂ ਵਾਲੇ ਵਿਆਹ ਤੇ ਸਾਡੇ ਭਰਾ ਸਾਰੇ ਮਤਲਬ ਮਾਮੇ ਦੇ ਨਿਆਣੇ, ਮੇਰਾ ਭਰਾ ਕਹਿੰਦਾ ਵੀ ਹਿਸਾਬ ਲਾ ਤੇ ਇੱਕ ਰੰਗ ਦੇ ਸੂਟ ਪਾ ਕੇ ਗਈਆਂ, ਹਨਾ। ਉਹ ਵੀ ਤੁਹਾਡੇ ਲਈ ਕਿੰਨੀ ਮਤਲਬ ਉਹੀ ਵਿਆਹ ਮੈਨੂੰ ਯਾਦ ਨੇ ਕਿਉਂਕਿ ਉਹਦੇ 'ਚ ਅਸੀਂ ਇੰਜੋਏ ਕੀਤਾ ਸੀਗਾ, ਹਨਾ। ਹੁਣ ਦਾ ਵਿਆਹ ਨਾ ਕੋਈ ਯਾਦ ਆ, ਨਾ ਸੱਚੀ ਜਾਣ ਨੂੰ ਦਿਲ ਹੀ ਕਰਦਾ, ਕਿਉਂਕਿ ਪਤਾ ਵੀ ਉੱਥੇ ਕੁਛ ਨਹੀਂ ਹੋਣਾ, ਉੱਥੇ ਤੁਸੀਂ ਬਹਿ ਕੇ ਮਤਲਬ ਐ ਮੂੰਹ ਮਿਚ ਕੇ ਆ ਜਾਂਦੇ। ਗੁਰਦੀਪ, ਅੱਗੇ ਵਿਆਹ ਵਾਲੇ ਘਰ ਸਾਰੀਆਂ ਜਨਾਨੀਆਂ ਇਕੱਠੀਆਂ ਤਿਆਰ ਹੁੰਦੀਆਂ ਸੀ, ਤੇ ਹੁਣ ਤੁਸੀਂ ਦੇਖੋ ਹਰ ਕੋਈ ਆਪਣੇ ਆਪਣੇ ਪਾਰਲਰ ਗਿਆ ਹੁੰਦਾ, ਤੇ ਵਿਚਾਰੇ ਬੰਦੇ ਪਿੱਛੇ ਭੱਜ ਰਹੇ ਹੁੰਦੇ ਨੇ ਲਿਆਉਣ ਲਈ, ਜਾਂ ਬੰਦੇ ਵੀ ਅੱਜ ਕੱਲ ਤਾਂ ਇੰਨਾ ਜ਼ਿਆਦਾ ਕੌਨਸ਼ੀਅਸ ਨੇ ਆਪਣੇ ਆਪ ਨੂੰ ਲੈ ਕੇ ਨਾ। ਦੇਖਿਓ ਭੈਣੇ, ਅੱਗੇ ਨਾ ਸੇਫਟੀ ਪਿੰਨ ਨਹੀਂ ਸੀ ਲੱਭਦੇ ਹੁੰਦੇ ਜਾਗੋ, ਇੱਕ ਦੂਜੇ ਤੋਂ ਮੰਗਦੇ, ਕੋਈ ਕਿਸੇ ਦੀ ਗੁੱਤ ਕਰ ਰਿਹਾ ਹੁੰਦਾ ਸੀ, ਹਨਾ। ਮਤਲਬ ਕਿੰਨੀ ਤਿਆਰੀ ਆਪਾਂ ਕਰਦੇ ਸੀਗੇ। ਹੁਣ ਉਹ ਸਾਰਾ ਚਾਅ ਖਤਮ ਹੋ ਗਿਆ। ਤੁਸੀਂ ਆਪਣੇ ਘਰੋਂ ਹੀ ਸਾਰਾ ਕੁਝ ਕਰਕੇ ਜਾਂਦੇ ਹੋ, ਤੇ ਫਿਰ ਉਹੀ 4 ਘੰਟੇ ਵਾਲੀ ਗੱਲ ਨਾ। ਅਸੀਂ ਉੱਥੋਂ ਹੁਣ ਇੰਨਾ ਤੁਹਾਨੂੰ ਅਨਸੇਫ ਫੀਲ ਹੋਣ ਲੱਗਿਆ ਵੀ ਪੈਲਸ 'ਚ ਅਸੀਂ ਨਿਆਣੇ ਨੂੰ ਵੀ ਨਹੀਂ ਕੋਲੋਂ ਉੱਠਣ ਦਿੰਦੇ, ਵੀ ਨਹੀਂ ਤੂੰ ਕੋਲ ਹੀ ਬੈਠਾ ਰਹਿ ਸਾਡੇ, ਹਨਾ। ਅੱਗੇ ਤੁਹਾਨੂੰ ਪਤਾ ਵੀ ਆਪਣੇ ਮੰਮੀ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਆਪਾਂ ਕਿੱਥੇ ਆ, ਹਨਾ। ਤੇ ਛੋਟੀਆਂ ਛੋਟੀਆਂ ਡਿਊਟੀਆਂ ਮਤਲਬ ਲਾਉਂਦੇ ਹੁੰਦੇ ਸੀ ਨਿਆਣਿਆਂ ਦੀਆਂ, ਵੀ ਤੂੰ ਹਲਵਾਈਆਂ ਨੂੰ ਚਾਹ ਫੜਾ ਕੇ ਆ, ਤੂੰ ਫਲਾਣੇ ਨੂੰ ਰੋਟੀ ਫਲਾਣੇ ਦੇ ਘਰੇ ਦੇ ਕੇ ਆ। ਏਦਾਂ ਕਿੰਨੇ ਕੰਮ ਆਪਾਂ ਕਰਦੇ। ਬਾਬਾ ਜੀ ਉੱਠਣਗੇ ਨਾ ਅੱਧੀ ਰਾਤ ਤੋਂ, ਉਹਨਾਂ ਨੂੰ ਪ੍ਰਸ਼ਾਦਾ ਛਕਾਉਣਾ, ਕਿੰਨੀਆਂ ਕਿੰਨੀਆਂ ਸਾਰੀਆਂ ਚੀਜ਼ਾਂ 'ਚ ਆਪਾਂ ਨੂੰ ਇਨਵੋਲਵ ਕੀਤਾ ਜਾਂਦਾ ਸੀਗਾ। ਕੋਈ ਬਹੁਤ ਜ਼ਿਆਦਾ ਪੁਰਾਣੀ ਗੱਲ ਵੀ ਨਹੀਂ। ਹੁਣ ਵੀ ਬਹੁਤ ਸਾਰੇ ਘਰਾਂ ਦੇ ਵਿੱਚ ਉਵੇਂ ਰਸਮਾਂ, ਉਵੇਂ ਰੀਤਾਂ ਹੁੰਦੀਆਂ ਹੋਣਗੀਆਂ, ਬਹੁਤ ਸਾਰੇ ਇਲਾਕਿਆਂ 'ਚ ਹੁੰਦੀਆਂ ਹੋਣਗੀਆਂ। ਪਰ ਸੱਚੀ ਮੈਂ ਤਾਂ ਜਿਹੜੇ ਮੈਂ ਰੀਸੈਂਟ ਚੀਜ਼ਾਂ ਦੇਖੀਆਂ ਨੇ ਕਿ ਉੱਥੇ ਨਹੀਂ, ਮਤਲਬ ਵਿਆਹ ਵਾਲੀ ਕੋਈ ਗੱਲ ਨਹੀਂ ਹੁੰਦੀ ਹੈਗੀ ਉਹਨਾਂ 'ਚ। ਵਿਆਹ ਬਸ ਹੁਣ ਸਾਨੂੰ, ਜਿਵੇਂ ਮੈਂ ਪਹਿਲਾਂ ਕਿਹਾ ਵੀ ਉਵੇਂ ਯਾਦ ਰਹਿਣ ਲੱਗ ਗਏ ਵੀ ਬਹੁਤ ਵੱਡੇ ਪੈਲੇਸ 'ਚ ਵਿਆਹ ਕੀਤਾ। ਵਿਆਹ ਦੀਆਂ ਯਾਦਾਂ ਸਾਨੂੰ ਹੁਣ ਇਹ ਨੇਗੀਆਂ। ਨਾਲੇ ਅਸਲ 'ਚ ਤਾਂ ਇਹ ਸਾਰੀਆਂ ਰੀਤਾਂ ਜਿਹੜੀਆਂ ਨੇ, ਜਿਹੜੀਆਂ ਤੁਸੀਂ ਅੱਗੇ ਦੇਣੀਆਂ ਨੇ, ਹਨਾ। ਮਤਲਬ ਬਹੁਤ ਸਾਰੀਆਂ ਚੀਜ਼ਾਂ ਆਪਾਂ ਕਹਿੰਦੇ ਵੀ ਜਦੋਂ ਤੁਸੀਂ ਛੋਟੀਆਂ ਛੋਟੀਆਂ ਚੀਜ਼ਾਂ ਕਰਨੀਆਂ ਸ਼ੁਰੂ ਕਰੋਗੇ, ਤੁਹਾਨੂੰ ਸੱਚੀ ਤੁਹਾਡੇ ਮਤਲਬ ਖਰਚੇ ਵੀ ਉਹਨਾਂ ਚੀਜ਼ਾਂ ਤੋਂ ਘਟਣਗੇ। ਹੁਣ ਲੋਕ ਕਿੰਨੀਆਂ ਪਾਰਟੀਆਂ ਕਰਦੇ, ਕੋਈ ਬੈਚਲਰ ਪਾਰਟੀ ਕਰ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਕਹਿੰਦੇ ਨੇ ਜੀ ਅੱਜ ਮਹਿੰਦੀ ਦਾ ਸਾਡਾ ਫੰਕਸ਼ਨ ਆ, ਕੋਈ ਕਿੱਦਾਂ ਦਾ। ਉਹ ਫੰਕਸ਼ਨ ਵੀ ਲੋਕ ਬਾਹਰ ਜਾ ਕੇ ਕਰਨ ਲੱਗ ਗਏ, ਹਨਾ। ਜਦ ਕਿ ਉਹ ਤੁਹਾਡੇ ਘਰਾਂ 'ਚ ਪਰਿਵਾਰ ਦਾ ਆਉਣਾ ਮਿਲਣਾ, ਫਿਰ ਤੁਹਾਡਾ ਉਸ ਤਰੀਕੇ ਨਾਲ ਅਗਲੇ ਨੂੰ ਜੀ ਆਇਆਂ ਕਹਿਣਾ, ਕਿੰਨਾ ਕੁਛ, ਹੈ ਨਾ। ਹੁਣ ਤਾਂ ਵਿਆਹ ਇਹੋ ਜਿਹੇ ਹੋ ਗਏ ਗੁਰਦੀਪ ਵੀ ਤੁਹਾਨੂੰ ਪੂਰੇ ਵਿਆਹ 'ਚ ਕੁੜੀ ਦੇ ਮਾਪਿਓ ਨਾਲ 1 ਮਿੰਟ ਗੱਲ ਕਰਨ ਦਾ ਵੀ ਮੌਕਾ ਨਹੀਂ ਮਿਲਦਾ ਹੁੰਦਾ, ਹਨਾ। ਕਦੀ ਦੇਖਿਆ ਤੁਸੀਂ ਵੀ ਹਾਂ ਉਹ ਸਾਡੇ ਕੋਲੇ 10 ਮਿੰਟ ਉਹਨਾਂ ਨੂੰ ਵਿਚਾਰਿਆਂ ਨੂੰ ਰੁਕਣ ਦਾ ਟਾਈਮ ਮਿਲ ਗਿਆ, ਕਿਉਂਕਿ ਅੱਗੇ ਸਾਰੇ ਕੋਈ ਕਿਸੇ ਨੇ ਕੰਮ ਸੰਭਾਲਿਆ ਹੋਇਆ। ਮੈਨੂੰ ਲੱਗਦਾ ਵੀ ਮੈਂ ਬਹੁਤ ਸਾਲ ਹੋ ਗਏ ਜਦੋਂ ਮਾਮਾ ਕੁੜੀ ਦੇ ਚੂੜਾ ਪਾਉਂਦਾ ਹੁੰਦਾ ਸੀ, ਮੈਂ ਹੁਣ ਕਦੀ ਕਿਸੇ ਮਾਮੇ ਨੂੰ ਚੂੜਾ ਪਾਉਂਦੇ ਨਹੀਂ ਦੇਖਿਆ। ਬਹੁਤਿਆਂ ਨੂੰ ਤਾਂ ਹੁਣ ਉਹ ਜ਼ਰੂਰੀ ਵੀ ਨਹੀਂ ਲੱਗਦਾ ਵੀ ਮਾਮਾ ਪਾਵੇ, ਹੁਣ ਤਾਂ ਉਹੀ ਪਾਰਲਰ ਵਾਲੇ ਪਾਵੇ। ਸਹੀ ਗੱਲ ਹੈ। ਹੁਣ ਇਹ ਵੀ ਇੱਕ ਸੀ ਵੀ ਮਤਲਬ ਚੂੜਾ ਪਾਉਣ ਤੋਂ ਪਹਿਲਾਂ ਸੁੱਚਾ ਵੀ ਕੀਤਾ ਜਾਂਦਾ ਸੀਗਾ, ਹਨਾ। ਕਿਉਂਕਿ ਹੁਣ ਜੇ ਅਸੀਂ ਉਹ ਚੀਜ਼ਾਂ ਨਹੀਂ ਕਰਾਂਗੇ ਤਾਂ ਗਾਹਾਂ ਵਾਲੀ ਪੀੜ੍ਹੀ ਨੂੰ ਪਤਾ ਨਹੀਂ ਲੱਗਣਾ, ਤੇ ਉਹਨਾਂ ਨੂੰ ਲੱਗਣਾ ਵੀ ਇਹ ਜ਼ਰੂਰੀ ਨਹੀਂ, ਚਾਹੇ ਏਦਾਂ ਹੀ ਹੁੰਦਾ ਆ, ਹਨਾ। ਅੱਗੇ ਤੁਸੀਂ ਦੇਖੋ ਕੱਚੇ ਮਤਲਬ ਲੱਸੀ 'ਚ ਨਾ ਧੋ ਕੇ ਚੂੜਾ ਮਾਮਾ ਪਾਉਂਦਾ ਹੁੰਦਾ ਸੀਗਾ, ਫਿਰ ਕੁੜੀ ਨੂੰ ਸ਼ਗਨ ਦਿੰਦੇ ਸੀ, ਤਾਂ ਉਹ ਕਿੰਨਾ ਸੋਹਣਾ ਸੀਗਾ ਸਾਰਾ ਕੁਝ। ਧੋਈ ਤੇ ਵੀ ਉੱਥੇ ਨਾਨਕਿਆਂ ਦਾ ਹਾਜ਼ਰ ਹੋਣਾ, ਮਾਮੇ ਦਾ ਹਾਜ਼ਰ ਹੋਣਾ, ਹਨਾ। ਫਿਰ ਤੁਸੀਂ ਨਹਾ ਕੇ ਜਦੋਂ ਨਿਕਲਦੇ ਹੋ ਠੁੱਠੀ ਭੰਨਣੀ, ਕਿਉਂ
ਮਤਲਬ ਬਹੁਤ ਪਿਆਰੀਆਂ ਪਿਆਰੀਆਂ ਛੋਟੀਆਂ ਛੋਟੀਆਂ ਰਸਮਾਂ ਸੀਗੀਆਂ ਜਿਹੜੀਆਂ ਅਸੀਂ ਜਮੀ ਖਤਮ ਕਰਤੀਆਂ ਨੇ। ਹੁਣ ਦੇਖੋ ਹੁਣ ਹੁੰਦਾ ਸਾਰਾ ਕੁਝ ਉਵੇਂ ਆ। ਹੁਣ ਅੱਗੇ ਦੇਖੋ ਜਿਵੇਂ ਪੇਟੀ ਖਲਾਈ ਹੁੰਦੀ ਸੀ, ਉਹਦਾ ਕਿੱਡਾ ਚਾਅ ਹੁੰਦਾ ਸੀ ਲੋਕਾਂ ਨੂੰ, ਹਨਾ। ਫਿਰ ਜਦੋਂ ਕਿਸੇ ਕੁੜੀ ਦੇ ਬੱਚਿਆਂ ਦਾ ਵਿਆਹ ਹੋਣਾ, ਉਹਨੇ ਕੋਠੀ ਝਾੜ ਲੈ ਕੇ ਪੇਕੇ ਜਾਣਾ, ਮਤਲਬ ਉਦੋਂ ਉਹ ਵੀ ਪਹਿਲਾਂ ਹੀ ਵਿਆਹ ਤੋਂ ਪਹਿਲਾਂ ਹੀ ਤਿਆਰੀ ਹੋ ਜਾਂਦੀ ਸੀ ਵੀ ਜਦੋਂ ਉਹ ਆਊਗੀ ਤਾਂ ਉਹਨੂੰ ਕੋਠੀ ਝਾੜ 'ਚ ਕਿਵੇਂ ਦੇ ਕੱਪੜੇ ਦੇਣੇ ਨੇ, ਹਨਾ, ਜਾਂ ਕੀ ਹੋਊ। ਹੁਣ ਤਾਂ ਮੈਨੂੰ ਐਂ ਲੱਗਦਾ ਵੀ ਇੱਕੋ ਦਿਨ 'ਚੋਂ ਅਸੀਂ ਇੰਨੇ ਅੱਕ ਕੇ ਆ ਜਾਂਦੇ ਹਾਂ ਵੀ ਸਾਨੂੰ ਲੱਗਦਾ ਵੀ ਚਲੋ ਜਿੱਥੇ ਇੰਨੀ ਫਾਰਮੈਲਿਟੀ ਕਰਿਆ ਆ ਵੀ ਕਰਿਆਗੀ, ਹਨਾ। ਉਹਦਾ ਤੁਹਾਨੂੰ ਚਾਅ ਤਾਂ ਨਹੀਂ ਹੁੰਦਾ। ਅੱਗੇ ਨਿਆਣਿਆਂ ਨੂੰ ਚਾਅ ਹੁੰਦਾ ਸੀ ਸਾਡੀ ਭੂਆ ਨੇ ਕੋਠੀ ਝਾੜ ਲੈ ਕੇ ਆਉਣਾ, ਨਾਲੇ ਜਿਹੜੀ ਨਾਲ ਇੱਕ ਜਿਹੜੀ ਭਾਜੀ ਬਚਦੀ ਹੁੰਦੀ ਸੀ ਉਹ ਸਾਰੀ ਭੂਆ ਦੁਆਰਾ ਲੈ ਕੇ ਆਉਂਦੀ ਹੁੰਦੀ ਸੀ, ਹਨਾ। ਤੇ ਕਿੰਨਾ ਸੋਹਣਾ ਹੁੰਦਾ ਸੀਗਾ ਇਹ ਸਾਰਾ ਕੁਛ। ਹੁਣ ਤਾਂ ਮਤਲਬ ਬਿਲਕੁਲ ਮੇਰਾ ਆਪਾਂ ਬੱਚਿਆਂ ਦਾ ਤਾਂ ਮੈਨੂੰ ਲੱਗਦਾ ਕਰਦਾ ਹੀ ਕੀ ਹੋਣਾ, ਕਿਉਂਕਿ ਉਹ ਤਾਂ ਵੈਸੇ ਹੀ ਹੁਣ ਬੱਚੇ ਇਹਨਾਂ ਚੀਜ਼ਾਂ ਨੂੰ ਘੱਟ ਹੀ ਛੋਟੇ ਬੱਚੇ ਪਸੰਦ ਕਰਦੇ, ਪਰ ਆਪਾਂ ਨੂੰ ਹੀ ਨਹੀਂ ਚਾਹ ਹੁੰਦਾ। ਮੈਂ ਨਾ ਥੋੜੇ ਕੁ ਦਿਨ ਪਹਿਲਾਂ ਇੱਕ ਚੀਜ਼ ਪੜ੍ਹੀ ਸੀਗੀ ਕਿ ਜ਼ਿੰਦਗੀ ਦੀਆਂ ਸਭ ਤੋਂ ਵਧੀਆ 5 ਚੀਜ਼ਾਂ, ਹਨਾ। ਫਿਰ ਉਹਦਾ ਹੀ ਉਹਨਾਂ ਨੇ ਜਵਾਬ ਲਿਖਿਆ ਹੋਇਆ ਸੀ, ਕਹਿੰਦੇ ਅਸਲ 'ਚ ਚੀਜ਼ਾਂ ਹੀ ਸੋਹਣੀਆਂ ਨਹੀਂ ਹੁੰਦੀਆਂ, ਸੋਹਣਾ ਹੁੰਦਾ ਵਾ ਵੀ ਯਾਦਾਂ, ਹੱਸਣਾ, ਕਿਸੇ ਨੂੰ ਮਿਲਣਾ, ਹਨਾ, ਜਾਂ ਹੈਪੀਨੈਸ। ਇਹ ਉਹ ਸਿਰਫ ਚੀਜ਼ਾਂ ਹੀ ਜ਼ਿੰਦਗੀ 'ਚ ਮਾਇਨੇ ਨਹੀਂ ਰੱਖਦੀਆਂ, ਜਿਹੜੀਆਂ ਯਾਦਾਂ ਹੁੰਦੀਆਂ ਨੇ, ਜਿਹੜੀਆਂ ਮੈਮਰੀਜ਼ ਹੁੰਦੀਆਂ ਨੇ ਤੁਸੀਂ ਬਣਾਉਂਦੇ ਹੋ ਨਾ, ਤਾਂ ਉਹ ਜ਼ਿੰਦਗੀ 'ਚ ਉਹ ਵੀ ਜ਼ਿੰਦਗੀ 'ਚ ਬਹੁਤ ਮਾਇਨੇ ਰੱਖਦੀਆਂ ਨੇ। ਤੇ ਅਸਲ ਆਨੰਦ ਆ ਜਿਹੜਾ ਉਹ ਉਹਨਾਂ ਦੇ ਵਿੱਚ ਹੀ ਹੁੰਦਾ ਆ, ਹਨਾ। ਸੋ ਵਿਆਹਾਂ 'ਤੇ ਪੈਸਾ ਲਾ ਕੇ ਉਸ ਤੋਂ ਬਾਅਦ ਮਤਲਬ ਸਿਰਦਰਦੀ ਤੁਹਾਡੇ ਲਈ ਬਣੇ, ਚਲੋ ਠੀਕ ਆ, ਲਾ ਦਿਓ, ਤੁਹਾਡੀ ਨਿੱਜੀ ਰਾਏ ਆ, ਹਨਾ, ਤੁਹਾਡੀ ਚੋਇਸ ਆ, ਇਹ ਤੁਸੀਂ ਲਾਉਂਦੇ ਹੋ, ਤੁਸੀਂ ਲਾਓ। ਪਰ ਅਸਲ 'ਚ ਵਿਆਹਾਂ ਨੂੰ ਵਿਆਹਾਂ ਵਾਂਗ ਹੀ ਇੰਜੋਏ ਕਰੋ, ਹਨਾ। ਅੱਜ ਮਤਲਬ ਰੌਲਿਆਂ ਜਿਹੇ ਵਾਲੇ ਵਿਆਹ ਨਾ ਹੋਣ, ਸਕੂਨ ਵਾਲੇ ਵਿਆਹ ਹੋਣ। ਅਗਲੇ ਨੂੰ ਯਾਦ ਰਵੇ ਫਲਾਣੀ ਭੂਆ ਦੇ ਮੁੰਡੇ ਦੇ ਵਿਆਹ 'ਤੇ ਗਏ ਸੀ, ਜਾਂ ਫਲਾਣੀ ਮਾਸੀ ਦੀ ਕੁੜੀ ਦੇ ਵਿਆਹ 'ਤੇ ਗਏ ਸੀਗੇ, ਹਨਾ। ਤੁਹਾਨੂੰ ਵਿਆਹ ਯਾਦ ਰਹਿਣ ਯਾਦਾਂ ਕਰਕੇ, ਤੁਹਾਨੂੰ ਵਿਆਹ ਇਸ ਕਰਕੇ ਯਾਦ ਨਾ ਰਹੇ ਵੀ ਉਹਨਾਂ ਨੇ ਤਾਂ ਬਹੁਤ ਤਕੜਾ ਵਿਆਹ ਕੀਤਾ ਸੀਗਾ, ਹਨਾ, ਜਾਂ ਉਹਨਾਂ ਨੇ ਤਾਂ ਨੱਚਦੇ ਆਂਦੇ 5-5 ਸਾਲ ਦੇ ਨੋਟ ਪੈਸਾ ਲਾ ਕੇ ਵੀ ਜੇ ਆਨੰਦ ਨਾ ਆਇਆ ਹਨਾ ਤਾਂ ਉਹ ਵਿਆਹ ਨਹੀਂ ਹੁੰਦਾ। ਇੱਕ ਚੀਜ਼ ਗਿਰਦੀ ਮੈਂ ਭੁੱਲ ਗਈ, ਜਿਵੇਂ ਅੱਗੇ ਜਦੋਂ ਆਪਾਂ ਕੁੜੀ ਨੂੰ ਬਟਨਾ ਲਾਉਂਦੇ ਹੁੰਦੇ ਸੀ ਜਾਂ ਮੁੰਡੇ ਨੂੰ, ਹਨਾ, ਤਾਂ ਉਹ ਬਿਲਕੁਲ ਐਂ ਧੋਇਆ ਜਿਹਾ ਚਿਹਰਾ ਹੁੰਦਾ ਸੀ ਤੇ ਫਿਰ ਸਾਰੇ ਜਾ ਕੇ ਲਾਉਂਦੇ ਹੁੰਦੇ ਸੀ। ਹੁਣ ਤੁਹਾਨੂੰ ਪਤਾ ਮਹਿੰਦੀ ਤੇ ਵੀ ਲੋਕ ਬਾਹਰੋਂ ਤਿਆਰ ਹੋ ਕੇ ਆਉਂਦੇ ਨੇ ਤੇ ਫਿਰ ਉਹ ਤੁਹਾਨੂੰ ਕਹਿਣਗੇ ਬਸ ਇੰਨਾ ਕੀ ਲਾਓ, ਤੇ ਉਹ ਬਟਨੇ ਦਾ ਮਕਸਦ ਇਹੀ ਹੁੰਦਾ ਸੀਗਾ ਵੀ ਜਿਵੇਂ ਵੇਸਣ ਲਾਉਣਾ ਵਿਆਹ ਤੋਂ ਇੱਕ ਰਾਤ ਪਹਿਲਾਂ, ਇੱਕ ਦਿਨ ਪਹਿਲਾਂ, ਤਾਂ ਕਿ ਮਤਲਬ ਰੂਪ ਨਿਖਰੇ ਆਵੇ। ਉਹਦਾ ਇਹੀ ਮਤਲਬ ਹੁੰਦਾ ਸੀ ਵੀ ਵੇਸਣ 'ਚ ਥੋੜੀ ਜਿਹੀ ਹਲਦੀ ਪਾ ਕੇ ਜਾਂ ਦੁੱਧ ਪਾ ਕੇ ਉਹ ਲਾਉਂਦੇ ਹੁੰਦੇ ਸੀਗੇ, ਹਨਾ, ਤਾਂ ਕਿ ਵੀ ਇਹਦਾ ਭਾਈ ਕੱਲ ਨੂੰ ਵਿਆਹ ਵਾ ਤੇ ਥੋੜਾ ਰੂਪ ਨਿਖਰੇ ਆਵੇ, ਹਨਾ। ਤੇ ਉਹ ਤਾਂ ਹੁਣ ਮਤਲਬ ਮੇਕਅਪ ਸਾਰਾ ਕੁਝ ਕਰ ਦਿੰਦਾ। ਹਾਂ ਨਹੀਂ ਸੱਚੀ, ਹੁਣ ਮਤਲਬ ਉੱਚੀ ਦੁਕਾਨ ਫਿੱਕੇ ਪਕਵਾਨ ਵਾਲੀਆਂ ਜਿਹੜੀਆਂ ਕਹਾਵਤਾਂ ਆਪਾਂ ਪਾਉਂਦੇ ਹੁੰਦੇ ਨਾ, ਉਹ ਇਹੀ ਆ ਵੀ ਬਹੁਤ ਪੈਸਾ ਖਰਚ ਕੇ ਵੀ ਤੁਹਾਨੂੰ ਉਹ 'ਚੋਂ ਖੁਸ਼ੀ ਨਹੀਂ ਲੱਭਦੀ ਹੈਗੀ, ਹਨਾ। ਬਿਲਕੁਲ ਸਹੀ ਗੱਲ ਆ। ਇਹ ਗੱਲਾਂ ਬਾਤਾਂ ਅੱਜ ਦੀਆਂ ਇੰਨੀਆਂ ਹੀ ਸੀਗੀਆਂ ਤੇ ਬਸ ਮਕਸਦ ਇਹੀ ਸੀਗਾ ਕਿ ਵਿਆਹਾਂ ਨੂੰ ਵਿਆਹਾਂ ਦੇ ਵਾਂਗ ਇੰਜੋਏ ਕਰੋ। ਇਹ ਨਾ ਹੋਵੇ ਕਿ ਕੱਲ ਨੂੰ ਸਾਡੇ ਨਿਆਣੇ ਵਿਆਹਾਂ ਦਾ ਮਤਲਬ ਹੀ ਭੁੱਲ ਜਾਣ ਵੀ ਵਿਆਹ ਅਸਲ 'ਚ ਹੁੰਦਾ ਕੀ ਆ, ਹਨਾ। ਜਾਂ ਜਿਵੇਂ ਬਹੁਤ ਸਾਰੀਆਂ ਰਸਮਾਂ ਨੇ ਜਿਹੜੀਆਂ ਆਨੰਦ ਕਾਰਜ ਹੋ ਗਏ, ਅਸੀਂ ਵਿਆਹਾਂ 'ਚ ਨਿਆਣਿਆਂ ਨੂੰ ਜਾਂ ਆਨੰਦ ਕਾਰਜ ਜਦੋਂ ਹੁੰਦੇ ਨੇ ਅਸੀਂ ਉੱਥੇ ਜਾਣਾ ਜ਼ਰੂਰੀ ਨਹੀਂ ਸਮਝਦੇ ਹੁੰਦਾ ਕਿ ਸਿੱਧਾ ਬਸ ਪੈਲਸ 'ਚ ਚੱਲਦੇ ਹਾਂ, ਉੱਥੇ ਐਵੇਂ 2 ਘੰਟੇ ਸਾਡੇ ਖਰਾਬ ਹੋਣਗੇ। ਨਿਆਣਿਆਂ ਨੂੰ ਦਿਖਾਓ ਵੀ ਆਨੰਦ ਕਾਰਜ ਦੇ ਮਾਇਨੇ ਕੀ ਹੁੰਦੇ ਨੇ, ਕਿਵੇਂ ਰਸਮ ਕੀਤੀ ਜਾਂਦੀ ਆ, ਅਦਾ ਕੀਤੀ ਜਾਂਦੀ ਆ, ਤੇ ਕੌਣ ਸਿਹਰਾ ਵਧਾਉਂਦਾ ਆ, ਹਨਾ, ਮੁੰਡੇ ਦਾ, ਕਿਹਦੀ ਝੋਲੀ 'ਚ ਸਿਹਰਾ ਉਹ ਪੈਂਦਾ ਆ। ਅਰਦਾਸ 'ਚ ਮੁੰਡੇ ਦੇ ਮਾਂ-ਬਾਪ ਜਾਂ ਕੁੜੀ ਦੇ ਮਾਂ-ਬਾਪ ਦਾ ਹਾਜ਼ਰ ਹੋਣਾ ਕਿਉਂ ਜ਼ਰੂਰੀ ਹੁੰਦਾ ਆ। ਇਹ ਸਾਰੀਆਂ ਚੀਜ਼ਾਂ ਉਦੋਂ ਹੀ ਪਤਾ ਲੱਗਣਗੀਆਂ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਨਿਭਾਵਾਂਗੇ ਅਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਦੱਸਾਂਗੇ ਇਹਨਾਂ ਚੀਜ਼ਾਂ ਬਾਰੇ। ਸੋਚ ਲਈਏ ਭੈਣੇ। ਬਿਲਕੁਲ। ਸੋ ਅੱਜ ਦੇ ਐਪੀਸੋਡ ਦੇ ਵਿੱਚ ਇੰਨਾ ਹੀ। ਮੈਨੂੰ ਗੁਰਦੀਪ ਗਰੇਵਾਲ ਨੂੰ, ਭੈਣ ਰੁਪਿੰਦਰ ਸੰਧੂ ਹੋਰਾਂ ਨੂੰ ਇਜਾਜ਼ਤ ਦੇ ਦਿਓ। ਸਤਿ ਸ਼੍ਰੀ ਅਕਾਲ।